सतनाम। श्री वाहिगुरु साहिब जीओ। श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कुमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा बानी वरदानी समात। गुण खानी सुख मूरा। कल्याणी रानी जगत मानी कव तग दूरा। बानी वरदानी समत। वाहिगुरु जी का खालसा वाहिगुरु जी की फतेह। सतगुरु गरीब नवाज धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। सच्चे पातशाह धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप जी वड्डियां भागां वाले कर्मां वाले हो जो श्री गुरु अर्जन देव महाराज जी दे पावन पवित्र स्थान विखे गुरु की संगत विच जुड़ करके लाहा प्राप्त कर रहे हो। धन धन साहिब श्री गुरु ग्रंथ साहिब जी महाराज संगतां नूं दर्शन दे के निहाल सफला कर रहे हैं। गुरु साहिब जी की तुरकी बाणी सोहदार राज साहिब दे आप संगतां ने जाप सरवण कीते हैं। अरदास होई है गुरु साहिब जी के पावन पवित्र हुक्मनामे सरवण करके लाहा प्राप्त किया है। इस दे नाल ही जो आपां रोज़ ही श्री गुरु नानक देव साहिब जी का पावन पवित्र इतिहास सरवण करते आ रहे हाँ। हुण उस कथा का समा होया है जिस तरह आप जी ने कल जिहड़े प्रसंग
ਉਹ ਸਰਵਣ ਕੀਤੇ ਸੀ, ਜੋ ਕਲਯੁਗ ਦੇ ਨਾਲ ਗੁਰੂ ਸਾਹਿਬ ਜੀ ਦੀ ਭੇਟਾ ਹੋਈ, ਮਿਲਾਪ ਹੋਇਆ। ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਇਹ ਕਲਯੁਗ ਦਾ ਜਿਹੜਾ ਪ੍ਰਸੰਗ ਹੈ ਉਹ ਵੀ ਜਿਹੜਾ ਜਗਨਨਾਥਪੁਰੀ ਦਾ ਹੀ ਲਿਖ ਦਿੱਤਾ ਹੈ, ਪਰ ਅਸਲ ਰੂਪ ਵਿੱਚ ਜਦੋਂ ਸੰਪਰਦਾ ਵਿੱਚ ਗੁਰੂ ਦਾ ਇਤਿਹਾਸ ਪੜ੍ਹਾਇਆ ਸੁਣਾਇਆ ਜਾਂਦਾ ਹੈ, ਉੱਥੇ ਇਸ ਪ੍ਰਸੰਗ ਨੂੰ ਥੋੜ੍ਹਾ ਵੱਖਰੇ ਰੂਪ ਵਿੱਚ ਦੱਸਿਆ ਜਾਂਦਾ ਹੈ। ਹੋਰ ਜੋ ਕੋਈ ਸੰਪਰਦਾਇ ਮਹਾਤਮਾ ਜਨਾਂ ਦੇ ਟੀਕੇ ਲਿਖੇ ਹੋਏ ਹੈ, ਉਹਦੇ ਵਿੱਚ ਵੀ ਥੋੜ੍ਹਾ ਐਵੇਂ ਆਉਂਦਾ ਪ੍ਰਸੰਗ, ਜਿਵੇਂ ਭਾਈ ਚੰਦਾ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪ੍ਰੇਅ ਲਿਖਿਆ ਹੈ ਤੁਕਾਂਤ ਪਰ, ਉਹ ਤੁਕਾਂ ਦੇ ਥੋੜ੍ਹੇ ਥੋੜ੍ਹੇ ਅਰਥ ਕਰਕੇ ਵਿੱਚ ਉਥਾਨਕਾਂ ਵੀ ਦਿੱਤੀਆਂ ਹੋਈਆਂ ਹੈ। ਇਸੇ ਤਰ੍ਹਾਂ ਹੀ ਗੋਬਿੰਦ ਦਾਸ ਸਾਧੂ ਉਦਾਸੀ ਹੋਏ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬੜੇ ਤਕੜੇ ਵਿਦਵਾਨ, ਉਹਨਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਇੱਕ ਪ੍ਰੇਅ ਟਿੱਪਣ 4 ਜਲਦਾਂ ਵਿੱਚ ਕੀਤਾ ਹੈ, ਜਿਹਦੇ ਵਿੱਚ ਤੁਕਾਂ ਦੇ ਥੋੜ੍ਹੇ ਥੋੜ੍ਹੇ ਅਰਥ ਦੇ ਕੇ ਨਾਲ ਉਥਾਨਕਾਂ ਲਿਖੀਆਂ ਹੋਈਆਂ, ਅਤੇ ਉਸ ਵਿੱਚ ਹੀ ਜੋ ਸੰਪਰਦਾ ਵਿੱਚ ਦੱਸਿਆ ਜਾਂਦਾ ਹੈ ਵੀ ਜੋ ਕਲਯੁਗ ਦਾ ਪ੍ਰਸੰਗ ਕਵੀ ਜੀ ਨੇ ਜਗਨਨਾਥਪੁਰੀ ਦਾ ਲਿਖਿਆ ਹੈ, ਇਹ ਅਸਲ ਰੂਪ ਵਿੱਚ ਜੋ ਸੰਗਰੂਰ ਦੇ ਬਾਹਰ ਗੁਰਦੁਆਰਾ ਨਾਨਕਿਆਣਾ ਸਾਹਿਬ ਹੈ, ਇੱਥੇ ਕਲਯੁਗ ਦੇ ਨਾਲ ਪ੍ਰਸੰਗ ਜਿਹੜਾ ਹੋਇਆ ਹੈ। ਇੱਥੇ ਕਲਯੁਗ ਨੇ ਆਪਣਾ ਭੇਖ ਭਿਆਨਕ ਰੂਪ ਜਿਹਾ ਧਾਰਿਆ ਸੀ, ਇੱਥੇ ਹਨੇਰੀ ਵਗਾਈ ਸੀ ਤਗੜੀ, ਇੱਥੇ ਬਾਰਿਸ਼ ਕੀਤੀ ਸੀ, ਅਤੇ ਜੋ ਵੀ ਆਉਣ ਵਾਲੇ ਸਮੇਂ ਦਾ ਜੋ ਬਚਨ ਵਿਲਾਸ ਸਤਿਗੁਰੂ ਜੀ ਨਾਲ ਹੋਏ ਕਲਯੁਗ ਦੇ, ਉਹ ਸਾਰਾ ਪ੍ਰਸੰਗ ਇੱਥੇ ਸੰਗਰੂਰ ਦੇ ਬਾਰ ਗੁਰਦੁਆਰਾ ਨਨਕਾਣਾ ਸਾਹਿਬ ਜੋ ਸੁਸ਼ੋਭਿਤ ਹੈ ਅੱਜ ਕੱਲ੍ਹ ਬਾਰ ਸ਼ਹਿਰ ਦੇ, ਉੱਥੇ ਹੋਇਆ ਸੀ। ਕਿਉਂਕਿ ਉਦੋਂ ਸਾਰੇ ਪਾਸੇ ਉਜਾੜ ਹੀ ਉਜਾੜ ਹੈ ਸੀ, ਅਤੇ ਇੱਥੇ ਹੀ ਜਿਹੜਾ ਸਾਰਾ ਇਹ ਪ੍ਰਸੰਗ ਵਾਪਰਿਆ। ਅਤੇ ਜੋ ਜਗਨਨਾਥਪੁਰੀ ਦਾ ਪ੍ਰਸੰਗ ਹੈ, ਜਦੋਂ ਸਤਿਗੁਰੂ ਜੀ ਜਗਨਨਾਥ ਮੰਦਰ ਵਿੱਚ ਗਏ ਹੈ, ਅਤੇ ਉੱਥੇ ਜਾ ਕੇ ਜਦੋਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ, ਅਤੇ ਨਾ ਖੜੇ ਹੋਏ ਨਾ ਕੁਝ ਬੋਲੇ, ਪੰਡਿਆਂ ਨੇ ਆਰਤੀ ਕੀਤੀ ਸੀ। ਫਿਰ ਸਤਿਗੁਰੂ ਜੀ ਦੇ ਜਦੋਂ ਪੰਡਿਆਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਉੱਠੇ ਹੋ, ਅਤੇ ਗੁਰੂ ਸਾਹਿਬ ਜੀ ਨੇ ਫਿਰ ਜਿਹੜੀ ਪਰਮੇਸ਼ਰ ਦੀ ਸਹੀ ਰੂਪ ਵਿੱਚ ਯਥਾਰਥ ਆਰਤੀ ਹੋ ਰਹੀ ਉਹ ਸ਼ਬਦ ਦੇ ਰਾਹੀਂ ਦੱਸੀ। ਜਦੋਂ ਇਹ ਸ਼ਬਦ ਉਚਾਰ ਕੇ ਮਹਾਰਾਜ ਬੈਠੇ ਹੈ, ਤਾਂ ਉਦੋਂ ਆਕਾਸ਼ਬਾਣੀ ਹੋਈ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ, ਬਿਲਕੁਲ ਐਸੀ ਸਾਡੀ ਆਰਤੀ ਹੈ, ਬਿਲਕੁਲ ਠੀਕ ਕਹਿ ਰਹੇ ਹੈ। ਉਹ ਆਕਾਸ਼ਬਾਣੀ ਸੁਣ ਕੇ ਜਿੰਨੇ ਪੰਡਿਤ ਲੋਕ ਸੀ, ਪੁਜਾਰੀ, ਇਹਨਾਂ ਦੇ ਹਿਰਦਿਆਂ ਵਿੱਚ ਸ਼ਰਧਾ ਆ ਗਈ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਢਹਿ ਪਏ। ਸਾਰਿਆਂ ਨੇ ਮੱਥੇ ਟੇਕਣੇ ਸ਼ੁਰੂ ਕੀਤੇ। ਫਿਰ ਇੱਥੋਂ ਦਾ ਜੋ ਰਾਜਾ ਸੀ ਜਗਨਨਾਥਪੁਰੀ ਦਾ ਹੀ, ਉਹ ਭਗਵਾਨ ਦਾ ਬਹੁਤ ਸ਼ਰਧਾਲੂ ਸੀ, ਜੋ ਕਿ ਰੋਜ਼ ਹੀ ਸੋਨੇ ਦਾ ਥਾਲ ਸ਼ਾਮ ਦੇ ਵੇਲੇ ਆਰਤੀ ਵੇਲੇ ਭੋਜਨ ਤਿਆਰ ਕਰਵਾ ਕੇ ਅਤੇ ਸੋਨੇ ਦੇ ਥਾਲ ਕੌਲੀਆਂ ਭੇਜਦਾ ਹੁੰਦਾ ਸੀ ਰੋਜ਼ ਹੀ। ਉਸ ਦਿਨ ਵੀ ਜਦੋਂ ਇਸ ਨੇ ਸੋਨੇ ਦਾ ਥਾਲ ਭੇਜਿਆ, ਇਹ ਸਤਿਗੁਰੂ ਜੀ ਨੇ ਸ਼ਬਦ ਰਾਹੀਂ ਕਲਾ ਵਰਤਾਈ। ਪੰਡੇ ਲੋਕ ਜਿਹੜੇ ਆ ਉਹ ਤਾਂ ਸਾਰੇ ਚਲੇ ਗਏ,
ਗੁਰੂ ਸਾਹਿਬ ਜੀ ਸਮੁੰਦਰ ਦੇ ਕਿਨਾਰੇ 'ਤੇ ਆ ਗਏ ਅਤੇ ਜੋ ਕਹਿੰਦੇ ਉਸ ਵੇਲੇ ਇਹ ਜਿਹੜੀ ਥਾਲ ਰੱਖਿਆ ਸੀ ਭੋਗ ਲੱਗਣ ਵਾਸਤੇ ਭਗਵਾਨ ਜੀ ਵਾਸਤੇ, ਉਦੋਂ ਮੂਰਤੀ ਵਿੱਚੋਂ ਕ੍ਰਿਸ਼ਨ ਜੀ ਪ੍ਰਗਟ ਹੋਏ ਅਤੇ ਉਹ ਥਾਲ ਚੁੱਕ ਕੇ ਅਤੇ ਸਤਿਗੁਰੂ ਜੀ ਜਿੱਥੇ ਬਿਰਾਜਮਾਨ ਸਨ ਸਮੁੰਦਰ ਦੇ ਕਿਨਾਰੇ 'ਤੇ ਉੱਥੇ ਲੈ ਕੇ ਗਏ। ਕ੍ਰਿਸ਼ਨ ਜੀ ਨੇ ਜਾ ਕੇ ਮੱਥਾ ਟੇਕਿਆ ਮਹਾਰਾਜ ਜੀ ਨੂੰ ਅਤੇ ਨਾਲ ਕਿਹਾ ਵੀ ਮਹਾਰਾਜ ਆਪ ਜੀ ਪਰਮੇਸ਼ਰ ਨੂੰ ਮਹਾਨ ਹੋ, ਇਹ ਜੋ ਅੱਜ ਥਾਲ ਵਿੱਚ ਪ੍ਰਸ਼ਾਦ ਹੈ ਤੁਹਾਡੇ ਛਕਣਯੋਗ ਹੈ। ਉਹ ਥਾਲ ਵੀ ਭੇਟਾ ਕਰ ਦਿੱਤਾ ਅਤੇ ਪ੍ਰਸ਼ਾਦ ਵੀ ਜਿਹੜਾ ਦੇ ਦਿੱਤਾ। ਫਿਰ ਮੱਥਾ ਟੇਕ ਕੇ ਕ੍ਰਿਸ਼ਨ ਜੀ ਚਲੇ ਗਏ। ਗੁਰੂ ਸਾਹਿਬ ਜੀ ਨੇ ਉਹ ਭੋਜਨ ਜਿਹੜਾ ਸਾਰਾ ਛਕ ਗਏ ਅਤੇ ਥਾਲ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਕੌਲੀਆਂ ਸਮੇਤ ਹੀ। ਇੱਧਰ ਜਦੋਂ ਪੰਡਿਤ ਲੋਕ ਪੁਜਾਰੀ ਸਵੇਰੇ ਮੰਦਰ ਵਿੱਚ ਆਏ, ਦਰਵਾਜ਼ੇ ਖੋਲ੍ਹੇ, ਜਦੋਂ ਥਾਲ ਨਹੀਂ ਵੇਖਿਆ ਸੋਨੇ ਦਾ ਅਤੇ ਇਹਨਾਂ ਦੇ ਭਾਅ ਦੀ ਬਣ ਗਈ। ਇਹ ਸਾਰੇ ਆਪੋ ਵਿੱਚ ਹੀ ਕਹਿਣ ਲੱਗੇ ਵੀ ਇਹ ਜੇ ਥਾਲ ਨਾ ਮਿਲਿਆ ਅਤੇ ਰਾਜਾ ਸਾਨੂੰ ਪੁੱਛੇਗਾ ਵੀ ਥਾਲ ਕਿੱਥੇ ਚਲਾ ਗਿਆ ਸੋਨੇ ਦਾ, ਇਹ ਤੁਸਾਂ ਨੇ ਕੋਈ ਲੋਭ ਲਾਲਚ ਕੀਤਾ ਹੈ, ਸਾਨੂੰ ਉੱਤਰ ਨਹੀਂ ਆਏਗਾ ਅਤੇ ਸਾਨੂੰ ਸਜ਼ਾ ਹੋਏਗੀ। ਫਿਰ ਹੁਣ ਜਦੋਂ ਉੱਥੇ ਆਕਾਸ਼ਬਾਣੀ ਜਦੋਂ ਹੋਈ ਸੀ, ਪੰਡਤਾਂ ਨੇ ਸਭ ਕੁਝ ਕੌਤਕ ਵੇਖਿਆ ਸੀ, ਗੁਰੂ ਉੱਪਰ ਸ਼ਰਧਾ ਆਈ ਸੀ, ਜਿਸ ਕਰਕੇ ਸਾਰੇ ਪੁਜਾਰੀ ਇਕੱਠੇ ਹੋ ਕੇ ਜਿੱਥੇ ਗੁਰੂ ਸਾਹਿਬ ਜੀ ਸਮੁੰਦਰ ਦੇ ਕਿਨਾਰੇ 'ਤੇ ਵਿਰਾਜਮਾਨ ਸਨ ਉੱਥੇ ਗਏ। ਹੱਥ ਜੋੜ ਕੇ ਕਹਿਣ ਲੱਗੇ ਕਿ ਮਹਾਰਾਜ ਐਵੇਂ ਇੱਥੋਂ ਦਾ ਰਾਜਾ ਜੋ ਹੈ ਰੋਜ਼ ਹੀ ਭਗਵਾਨ ਦੇ ਮੰਦਰ ਵਿੱਚ ਥਾਲ ਸੋਨੇ ਦਾ ਭੋਗ ਵਜੋਂ ਭੇਜਦਾ ਹੁੰਦਾ ਸੀ, ਅਤੇ ਗੁਰੂ ਸਾਹਿਬ ਜੀ ਨਾ ਤਾਂ ਉੱਥੇ ਥਾਲ ਹੈ ਨਾ ਕੌਲੀਆਂ, ਕੋਈ ਚੁੱਕ ਕੇ ਲੈ ਗਿਆ ਹੈ। ਹੁਣ ਰਾਜਾ ਸਾਨੂੰ ਪੁੱਛੇਗਾ, ਉੱਤਰ ਸਾਨੂੰ ਕੋਈ ਆਉਣਾ ਨਹੀਂ, ਉਹ ਸਜ਼ਾ ਦੇਗਾ। ਜਿਵੇਂ ਕਿਵੇਂ ਵੀ ਕਰਕੇ ਆਪ ਸਮਰੱਥ ਹੋ, ਸਾਡੀ ਇੱਜ਼ਤ ਅਬਰੂ ਰੱਖੋ। ਇੱਧਰ ਰਾਜੇ ਨੂੰ ਸਾਰੀ ਗੱਲ ਪਤਾ ਲੱਗ ਗਈ ਅਤੇ ਰਾਜਾ ਵੀ ਉੱਥੇ ਆ ਗਿਆ ਜਿੱਥੇ ਸਤਿਗੁਰੂ ਜੀ ਸਨ। ਨਮਸਕਾਰ ਕਰਕੇ ਬੈਠ ਗਿਆ ਹੈ ਅਤੇ ਪੁਜਾਰੀ ਕਹਿਣ ਲੱਗੇ ਵੀ ਇਉਂ ਅਸੀਂ ਜਦੋਂ ਆਰਤੀ ਕਰ ਰਹੇ ਸਾਂ ਇਹ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਫਿਰ ਆਰਤੀ ਤੋਂ ਬਾਅਦ ਇਹਨੇ ਸ਼ਬਦ ਉਚਾਰਨ ਕੀਤਾ ਅਤੇ ਆਕਾਸ਼ਬਾਣੀ ਹੋਈ ਵੀ ਜਿਵੇਂ ਇਹ ਕਹਿ ਰਹੇ ਗੁਰੂ ਨਾਨਕ ਸਾਹਿਬ ਬਿਲਕੁਲ ਇਵੇਂ ਠੀਕ ਹੈ। ਅਤੇ ਇਹ ਕੁਝ ਸੁਣ ਕੇ ਰਾਜਾ ਵੀ ਜਿਹੜਾ ਨਿਮਰਤਾ ਵਿੱਚ ਆਇਆ ਅਤੇ ਕਹਿਣ ਲੱਗਾ ਵੀ ਮਹਾਰਾਜ ਆਪ ਮਹਾਨ ਹੋ, ਕਿਰਪਾ ਕਰੋ ਵੀ ਇਹ ਦੱਸੋ ਵੀ ਉਹ ਜਿਹੜਾ ਥਾਲ ਹੈ ਉਹ ਕੌਣ ਲੈ ਗਿਆ ਹੈ, ਉਹ ਕਿੱਥੇ ਚਲਾ ਗਿਆ ਹੈ। ਆਪ ਸਮਰੱਥ ਹੋ, ਸਭ ਜਾਣਦੇ ਹੋ, ਉਹ ਥਾਲ ਬਾਰੇ ਦੱਸੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੋ ਤੁਹਾਡੇ ਭਗਵਾਨ ਸਨ ਉਹ ਥਾਲ ਸਾਡੇ ਕੋਲ ਲੈ ਕੇ ਆਏ ਸੀ ਅਤੇ ਸਾਨੂੰ ਅਰਪਣ ਕਰਕੇ ਚਲੇ ਗਏ। ਇਹ ਰਾਜਾ ਕਹਿਣ ਲੱਗਾ ਵੀ ਮੈਂ ਕਿਵੇਂ ਮੰਨਾਂ ਵੀ ਆਪ ਜੀ ਨੂੰ ਸਾਡੇ ਭਗਵਾਨ ਨੇ ਥਾਲ ਅਰਪਣ ਕੀਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਅਸਾਂ ਨੇ ਆਪ ਭੋਜਨ ਵਿੱਚੋਂ ਛਕ ਕੇ ਇਹ ਥਾਲ ਸਮੁੰਦਰ ਵਿੱਚ ਸੁੱਟਿਆ ਹੈ, ਭਾਈ ਬਾਲੇ ਪਾਸੋਂ ਸਟਵਾਇਆ ਹੈ। ਜੇ ਤੁਹਾਨੂੰ ਥਾਲ ਚਾਹੀਦਾ ਤਾਂ ਆ ਇਸ ਜਗ੍ਹਾ ਤੋਂ ਕੱਢ ਲਓ। ਇਹ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਜਿੱਥੇ ਉਹ ਥਾਲ ਗੁਰੂ ਸਾਹਿਬ ਜੀ ਨੇ ਦੱਸਿਆ ਹੋਇਆ ਸੀ। ਜਦੋਂ ਦੇ ਸਿਪਾਹੀਆਂ ਨੇ ਉੱਥੋਂ ਥਾਲ ਵੇਖਣੇ ਸ਼ੁਰੂ ਕੀਤਾ ਵੀ ਇੱਥੋਂ ਕੱਢੋ, ਉੱਥੇ ਕਹਿੰਦੇ ਵੀ ਹਜ਼ਾਰਾਂ ਨੇ ਥਾਲ ਹੀ ਥਾਲ ਪਏ ਹੋਏ ਸਮੁੰਦਰ ਵਿੱਚ। ਇਹ ਕੁਝ ਰਾਜੇ ਨੇ ਜਦੋਂ ਵੇਖਿਆ, ਰਾਜਾ ਅਚਰਜ ਹੋ ਗਿਆ, ਹੈਰਾਨ ਹੋ ਗਿਆ। ਗੁਰੂ ਸਾਹਿਬ ਜੀ ਦੇ ਚਰਨੀ ਢਹਿ ਪਿਆ, ਕਹਿਣ ਲੱਗਾ ਮਹਾਰਾਜ ਜੀ ਮੈਨੂੰ ਮਾਫ਼ ਕਰੋ, ਆਪ ਜੀ ਦੀ ਮਹਿਮਾ ਨਹੀਂ ਜਾਣੀ ਹੈ, ਆਪ ਤੇ ਬੜੇ ਮਹਾਨ ਹੋ, ਜਿਨ੍ਹਾਂ ਨੂੰ ਭਗਵਾਨ ਨੇ ਵੀ ਆ ਕੇ ਮੱਥਾ ਟੇਕਿਆ ਅਤੇ ਆਪਣਾ ਛਕਣ ਵਾਲਾ ਭੋਜਨ ਤੁਹਾਨੂੰ ਅਰਪਣ ਕਰ ਗਏ ਹੈ, ਮੈਨੂੰ ਮਾਫ਼ ਕਰੋ। ਫਿਰ ਬੇਨਤੀ ਕਰਨ ਲੱਗਾ। ਸਾਰੇ ਪੁਜਾਰੀ ਵੀ ਕਹਿਣ ਲੱਗੇ ਵੀ ਸਤਿਗੁਰੂ ਜੀ ਇੱਥੋਂ ਦਾ ਜਿਹੜਾ ਜਲ ਹੈ ਬਹੁਤ ਕੌੜਾ ਹੈ ਅਤੇ ਸਮੁੰਦਰ ਦਾ ਤਾਂ ਖਾਰਾ ਜਲ ਹੈ ਹੀ ਹੈ, ਇੱਥੋਂ ਦੀ ਧਰਤੀ 'ਤੇ ਵੀ ਸਾਰਾ ਜਲ ਕੌੜਾ ਹੀ ਕੌੜਾ ਹੈ,
ਆਪ ਕਿਰਪਾ ਕਰੋ ਵੀ ਜਿਹੜਾ ਪੀਣ ਯੋਗ ਜਲ ਹੈ ਉਹਦਾ ਪ੍ਰਬੰਧ ਕਰੋ। ਗੁਰੂ ਸਾਹਿਬ ਜੀ ਦੇ ਹੱਥ ਵਿੱਚ ਇੱਕ ਸੋਟਾ ਸੀ। ਉਸ ਵੇਲੇ ਉਹ ਜਿੱਥੇ ਬਿਰਾਜਮਾਨ ਸਨ ਉੱਥੇ ਬੈਠਿਆਂ ਹੋਇਆਂ ਹੀ ਧਰਤੀ ਉੱਪਰ ਸੋਟਾ ਜਿਹਾ ਮਾਰਿਆ ਬਣਾ ਸਵਾਰ ਕੇ, ਉੱਥੋਂ ਹੀ ਜਲ ਦਾ ਸੋਮਾ ਪ੍ਰਗਟ ਹੋ ਗਿਆ। ਤੇ ਜਦੋਂ ਉਹ ਜਲ ਦਾ ਸੋਮਾ ਪ੍ਰਗਟ ਹੋਇਆ ਤੇ ਜੋ ਜਲ ਬਹੁਤ ਉੱਜਲ ਪਵਿੱਤਰ ਸਵੱਛ ਤੇ ਮਿੱਠਾ ਜਲ ਸੀ, ਤੇ ਉੱਥੋਂ ਦੇ ਜਿਹੜੇ ਪੁਜਾਰੀ ਹੈ ਰਾਜੇ ਦੀ ਬੇਨਤੀ ਕਰਕੇ ਸਤਿਗੁਰੂ ਜੀ ਨੇ ਸੋਮਾ ਪ੍ਰਗਟ ਕੀਤਾ, ਜਿਸ ਕਰਕੇ ਰਾਜਾ ਦੇ ਪੁਜਾਰੀ ਬਹੁਤ ਖੁਸ਼ ਹੋਏ। ਉੱਥੇ ਹੁਣ ਅੱਜ ਕੱਲ੍ਹ ਜਗਨਨਾਥਪੁਰੀ ਦੇ ਥੋੜ੍ਹਾ ਪਾਸ ਹੀ ਹੈ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਅੱਜ ਵੀ, ਜਿੱਥੇ ਗੁਰੂ ਸਾਹਿਬ ਜੀ ਨੇ ਆਰਤੀ ਉਚਾਰਨ ਕੀਤੀ। ਉੱਥੇ ਮੰਗੂ ਮੱਠ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਜਿੱਥੇ ਜਲ ਪ੍ਰਗਟ ਕੀਤਾ। ਇੱਥੇ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਤੇ ਫਿਰ ਇੱਥੋਂ ਜਿਹੜੇ ਸ਼ਹਿਰ ਦੇ ਲੋਕ ਹੁਣ ਇੱਥੋਂ ਹੀ ਮਿੱਠਾ ਜਲ ਖੜਦੇ ਹੈ। ਬਾਕੀ ਸਾਰਾ ਜਿਹੜਾ ਸ਼ਹਿਰ ਦਾ ਪਾਣੀ ਕੌੜਾ ਹੀ ਕੌੜਾ ਹੈ, ਸਮੁੰਦਰ ਦਾ ਖਾਰਾ ਕੌੜਾ ਤੇ ਹੈ ਹੀ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਨਾਨਕ ਝੀਰਾ ਸਾਹਿਬ ਹਜ਼ੂਰ ਸਾਹਿਬ ਦੇ ਕੋਲ ਉੱਥੇ ਕਰਨਾਟਕਾ ਬਿਦਰ ਵਿਖੇ ਖੜਾ ਮਾਰ ਕੇ ਜਲ ਪ੍ਰਗਟ ਕੀਤਾ ਸੀ, ਉਹ ਅੱਜ ਵੀ ਨਿਕਲ ਰਿਹਾ ਹੈ। ਸਾਰਾ ਜਿਹੜਾ ਬਿਦਰ ਸ਼ਹਿਰ ਹੈ ਉੱਥੋਂ ਹੀ ਜਲ ਮਿੱਠਾ ਪੀਂਦਾ ਹੈ। ਬਾਕੀ ਸਾਰਾ ਜਲ ਉੱਥੇ ਵੀ ਖਾਰਾ ਹੀ ਖਾਰਾ ਪਾਣੀ। ਇਹੀ ਕਲਾ ਗੁਰੂ ਸਾਹਿਬ ਜੀ ਨੇ ਇੱਥੇ ਜਗਨਨਾਥਪੁਰੀ ਵਰਤਾਈ ਸੀ, ਜਿਸ ਕਰਕੇ ਸ਼ਹਿਰ ਦੇ ਲੋਕ ਨੂੰ ਉਹੀਓ ਜਲ ਪੀਂਦੇ ਹੈ। ਇਸ ਤਰ੍ਹਾਂ ਸਮਝ ਲੈਣਾ ਵੀ ਜਗਨਨਾਥਪੁਰੀ ਦੇ ਵਿੱਚ ਇੱਕ ਤੇ ਗੁਰੂ ਸਾਹਿਬ ਜੀ ਨੇ ਉਹ ਆਰਤੀ ਜਿਹੜੀ ਉਚਾਰੀ ਉਹ ਕਲਾ ਵਰਤਾਈ, ਤੇ ਦੂਸਰੀ ਕਲਾ ਜਿਹੜਾ ਉਹ ਥਾਲ ਜਿਹੜੇ ਸਮੁੰਦਰ 'ਚ ਸੁੱਟੇ ਤੇ ਹਜ਼ਾਰਾਂ ਹੀ ਵਿਖਾ ਦਿੱਤੇ ਉਹ ਕਲਾ ਵਰਤਾਈ। ਫਿਰ ਤੀਸਰੀ ਕਲਾ ਹੈ ਜਲ ਦਾ ਸੋਮਾ ਪ੍ਰਗਟ ਕੀਤਾ, ਜੋ 2 ਸਥਾਨ ਸੁਭਾਏਮਾਨ ਹੈ। ਤੇ ਤੀਸਰਾ ਕੌਤਕ ਗੁਰੂ ਸਾਹਿਬ ਜੀ ਨੇ ਉਹ ਕੀਤਾ ਵੀ ਜਿਹੜਾ ਮੁਰਦਾ ਸੀ, ਬਿਨਾਂ ਸੇਵਾ ਕੀਤੇ ਤੋਂ ਸਤ ਸੰਗਤ ਕੀਤੇ ਬਿਨਾਂ ਮਰਿਆ ਪਿਆ, ਜਿਹਨੂੰ ਬਘਿਆੜ ਨੇ ਨਹੀਂ ਸੀ ਖਾਧਾ। ਇਹ 3 ਕੌਤਕ ਜਗਨਨਾਥਪੁਰੀ ਉੜੀਸਾ ਦੇ ਉੱਥੋਂ ਦੇ ਹੋਏ ਹੈ। ਚੌਥਾ ਜੋ ਕਲਯੁਗ ਦਾ ਪ੍ਰਸੰਗ ਕਵੀ ਜੀ ਨੇ ਇੱਥੇ ਨਾਲ ਲਾਇਆ ਹੈ, ਉਹ ਸੰਪਰਦਾ ਦੇ ਵਿੱਚ ਇਵੇਂ ਦੱਸਿਆ ਜਾਂਦਾ ਹੈ ਵੀ ਇਹ ਜੋ ਸੰਗਰੂਰ ਦੇ ਪਾਸ ਬਾਰ-ਬਾਰ ਗੁਰਦੁਆਰਾ ਨਾਨਕਿਆਣਾ ਸਾਹਿਬ ਹੈ, ਉੱਥੋਂ ਦਾ ਇਹ ਪ੍ਰਸੰਗ ਹੋਇਆ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਜੋ ਆਪਣੀ ਕਥਾ ਕੀਤੀ ਹੋਈ ਹੈ 28ਵੀਂ, ਤੇ ਸ੍ਰੀ ਰਾਗ ਦੀ ਆਰੰਭਤਾ ਹੁੰਦੀ ਹੈ ਮੋਤੀ ਤਾ ਮੰਦਰ ਉਸਰਹਿ ਇਹ ਸ਼ਬਦ ਦੀ, ਉੱਥੇ ਉਥਾਨਕਾ ਵਿੱਚ ਦੱਸਿਆ ਹੋਇਆ ਹੈ। ਤੇ ਗੋਬਿੰਦ ਦਾਸ ਜੋ ਸਾਧੂ ਹੈ ਉਹਨਾਂ ਨੇ ਵੀ ਆਪਣੇ ਪ੍ਰੇ ਟਿੱਪਣ ਵਿੱਚ ਲਿਖਿਆ ਹੋਇਆ ਹੈ। ਇਹੀ ਉਥਾਨਕਾ ਥੋੜ੍ਹੀ ਖੁਲਾਸੇ ਨਾਲ ਕਰਕੇ ਕਲਯੁਗ ਦੇ ਸੰਬੰਧ ਵਿੱਚ ਵੀ ਤੇ ਜਗਨਨਾਥਪੁਰੀ ਦੇ ਸੰਬੰਧ ਵਿੱਚ ਵੀ, ਤੇ ਭਾਈ ਚੰਦਾ ਸਿੰਘ ਜੀ ਨੇ ਵੀ ਇਸ ਤਰ੍ਹਾਂ ਇਹ ਪ੍ਰਸੰਗ ਜਿਹੜਾ ਹੈ ਸਹੀ ਰੂਪ ਵਿੱਚ ਸਮਝਣਾ ਹੈ। ਫਿਰ ਕਲਯੁਗ ਨੇ ਬੇਨਤੀਆਂ ਕਰਕੇ ਜਦੋਂ ਕਿਹਾ ਵੀ ਮਹਾਰਾਜ ਜਿੱਥੇ ਤੁਹਾਡੀ ਸਹੀ ਰੂਪ ਵਿੱਚ ਸੰਗਤ ਹੋਏਗੀ ਉੱਥੇ ਨਹੀਂ ਮੇਰਾ ਵਸ ਚੱਲੇਗਾ, ਉੱਥੇ ਮੈਂ ਕੋਈ ਨਹੀਂ ਕੁਝ ਕਰਾਂਗਾ। ਹਾਂ ਜਿੱਥੇ ਹੋਰ ਕੋਈ ਦੰਭੀ ਪਖੰਡੀ ਬਹੁਤ ਇਕੱਠੇ ਹੋਇਆ ਕਰਨਗੇ ਉੱਥੇ ਕਲਯੁਗ ਵਰਤੇਗਾ ਮੇਰਾ ਪੂਰਾ ਪ੍ਰਭਾਵ। ਅੱਜ ਜਿਵੇਂ ਹੁਣ ਡੇਰਿਆਂ 'ਚ ਵਰਤਦਾ ਹੀ ਹੈ ਬਹੁਤਿਆਂ 'ਚ। ਜਿੱਥੇ ਸੰਗਤ ਹੈ ਗੁਰੂ ਸਾਹਿਬ ਜੀ ਦੀ ਸੱਚੀ ਸੁੱਚੀ ਉੱਥੇ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਹੈ। ਫਿਰ ਇਹ ਬੇਨਤੀਆਂ ਕਰਦਾ ਸੀ ਕਿ ਮਹਾਰਾਜ ਮੈਨੂੰ ਆਪਣੀ ਸੰਗਤ ਵਿੱਚ ਵੀ ਥੋੜ੍ਹਾ ਬਹੁਤਾ ਥਾਂ ਬਖਸ਼ੋ, ਕਿਰਪਾ ਕਰੋ, ਮੈਂ ਖਾਲੀ ਨਹੀਂ ਜਾਣਾ ਚਾਹੁੰਦਾ। ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਠੀਕ ਹੈ, ਜਦੋਂ ਸਾਡੀ ਸੰਗਤ ਸੰਪੂਰਨ ਹੋ ਜਾਇਆ ਕਰੇਗੀ ਕਥਾ ਕੀਰਤਨ ਦੀ ਸਮਾਪਤੀ, ਤੇ ਜਦੋਂ ਪ੍ਰਸ਼ਾਦ ਵਰਤਾਇਆ ਜਾਏਗਾ ਉਸ ਵੇਲੇ ਜਿਹੜਾ ਤੂੰ ਉੱਥੇ ਹਾਜ਼ਰੀ ਭਰ ਲਿਆ ਕਰੀਂ। ਹੁਣ ਵੇਖ ਲਿਓ ਜਦੋਂ ਪ੍ਰਸ਼ਾਦ ਵਰਤਦਾ ਉਦੋਂ ਕਲਯੁਗ ਵਰਤੀ ਜਾਂਦਾ ਹੈ। ਉਹ ਹੱਥ ਜਿਹਾ ਕੱਢ ਕੇ ਕਈ ਬੱਚੇ ਨਿਆਣੇ ਵੀ ਰੌਲਾ ਪਾਉਣੀ ਸ਼ੁਰੂ ਕਰ ਦਿੰਦੇ ਹੈ। ਜਿੰਨਾ ਚਿਰ ਸੰਗਤ ਹੁੰਦੀ ਉਨਾ ਚਿਰ ਕੋਈ ਨਹੀਂ ਬੋਲਦਾ, ਜੇ ਕੋਈ ਬੋਲੇ ਤਾਂ ਉਹਨੂੰ ਦੂਸਰਾ ਹੀ ਸੰਗਤ ਦੇ ਵਿੱਚ ਟੋਕ ਦਿੰਦਾ ਵੀ ਬੋਲਣਾ, ਜੇ ਗੱਲਾਂ ਕਰਨੀਆਂ ਤਾਂ ਬਾਹਰ ਚਲਿਆ ਜਾ। ਪਰ ਜਦੋਂ ਪ੍ਰਸ਼ਾਦ ਵਰਤਦਾ ਤੇ ਵਰਤਿਆ ਜਾ ਰਿਹਾ ਹੁੰਦਾ ਤੇ ਉਸ ਤੋਂ ਬਾਅਦ
ਸਭ ਗੱਲਾਂ ਵੀ ਕਰਦੇ, ਕਈ ਕੁਝ ਕਰਦੇ ਹੈ। ਇਵੇਂ ਕਲਯੁਗ ਦਾ ਉਦੋਂ ਪ੍ਰਭਾਵ ਪੈਂਦਾ ਹੈ। ਅਤੇ ਇਸੇ ਤਰ੍ਹਾਂ ਹੀ ਜੋ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਗੁਰੂ ਖਾਲਸਾ ਲਿਖਿਆ ਹੋਇਆ, ਉਹ ਤਾਂ ਇਵੇਂ ਲਿਖਦੇ ਹੈ ਕਿ ਜਗਨਨਾਥਪੁਰੀ ਵਿੱਚ ਜੋ ਪੰਡੇ ਸਨ, ਉਹਨਾਂ ਪੰਡਿਆਂ ਦਾ ਰਾਜਾ ਸੀ ਕਲਯੁਗ ਨਾਮੇ ਇੱਕ ਪੁਰਖ, ਭਾਵ ਇੱਕ ਮਨੁੱਖ ਦਾ ਨਾਮ ਸੀ ਕਲਯੁਗ। ਅਤੇ ਉਹਦੀ ਔਲਾਦ ਅੱਜ ਤੱਕ ਹੈ, ਉਹ ਵੀ ਜਿਹੜੇ ਅੱਗੇ ਤੋਂ ਅੱਗੇ ਔਲਾਦ ਸਾਰੇ ਕਲਯੁਗ ਹੀ ਕਹਾਉਂਦੇ ਹੈ। ਅਤੇ ਇਸ ਨੇ ਗੁਰੂ ਸਾਹਿਬ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਕਲਯੁਗ ਨਾਮੇ ਰਾਜੇ ਨੇ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਕਿ ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਏ ਜੜਾਂ। ਸੰਪਰਦਾ ਮੁਤਾਬਕ ਜੋ ਸਬੂਤ ਤੌਰ 'ਤੇ ਹੈ, ਉਹ ਸੰਗਰੂਰ ਵਿਖੇ ਦੀ ਹੈ। ਬਾਰ-ਬਾਰ ਜੋ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਇੱਥੋਂ ਦਾ ਸਹੀ ਰੂਪ ਵਿੱਚ ਸਮਝਣਾ ਹੈ। ਮਹਾਂਪੁਰਸ਼ਾਂ ਦਾ ਟੀਕਿਆਂ ਦੇ ਵਿੱਚ ਵੀ ਇਵੇਂ ਦੱਸਿਆ ਹੋਇਆ ਹੈ। ਇਸ ਤਰ੍ਹਾਂ ਆਪਾਂ ਜਿਹੜੀ ਕਥਾ ਸਰਵਣ ਕੀਤੀ ਹੈ। ਅੱਗੇ ਜਿਵੇਂ ਨਵਾਂ ਪ੍ਰਸੰਗ ਅੱਜ ਆਰੰਭ ਹੋਣ ਜਾ ਰਿਹਾ ਹੈ, ਉਹਨੂੰ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਣੀ ਬਰਦਾਨੀ ਸਮਾਤ। ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਜੋ ਸਵੱਛ ਬੁੱਧੀ ਹੈ ਜਾਂ ਜੋ ਕਵਿਤਾ ਦੀ ਦਾਤੀ, ਵਿਦਿਆ ਦੀ ਦਾਤੀ ਦਾ ਮੰਗਲ ਕਰਦੇ ਹੈ ਕਿ ਬਾਣੀ ਜੋ ਕਵਿਤਾ ਦੀ ਦਾਤੀ ਹੈ ਜਾਂ ਸਾਰਦਾ ਸ੍ਰੇਸ਼ਟ ਮਤ ਦਾ ਵਰ ਦੇਣ ਵਾਲੀ ਹੈ ਜਾਂ ਵਰਾਂ ਨੂੰ ਦੇਣ ਵਾਲੀ ਹੈ ਅਤੇ ਸ੍ਰੇਸ਼ਟ ਮਤ ਬਖਸ਼ਣ ਵਾਲੀ ਹੈ। ਗੁਣ ਖਾਨੀ ਸੁਖ ਮੂਰ। ਗੁਣਾਂ ਦੀ ਤੇ ਖਾਣੀ ਹੈ, ਸੁੱਖਾਂ ਦੀ ਮੁੱਢ ਹੈ, ਮੂਲ ਕਾਰਨ ਹੈ। ਸਾਰੇ ਸੁੱਖ ਇਸ ਵਿੱਚੋਂ ਹੀ ਨਿਕਲਦੇ ਹਨ ਕਵੀਆਂ ਵਾਸਤੇ। ਕਲਿਆਣੀ ਰਾਣੀ ਜਗਤ। ਕਲਿਆਣ ਕਰਨ ਵਾਲੀ, ਮੁਕਤੀ ਕਰਨ ਵਾਲੀ ਹੈ, ਸੰਸਾਰ ਦੀ ਰਾਣੀ ਰੂਪ ਹੈ। ਮਾਨੀ ਕਵ ਪਗ ਧੂਰ। ਜਿਸ ਦੇ ਚਰਨਾਂ ਦੀ ਧੂੜੀ ਨੂੰ ਕਵੀਆਂ ਨੇ ਮੰਨਿਆ ਸਤਿਕਾਰਿਆ, ਕਵੀ ਜਿਸ ਕਵਿਤਾ ਦੀ ਦਾਤੀ ਦੇ ਚਰਨਾਂ ਦੀ ਧੂੜ ਮੱਥੇ 'ਤੇ ਲਾਉਂਦੇ ਹੈ, ਇਸੇ ਤਰ੍ਹਾਂ ਇਹ ਜੋ ਕਵੀਆਂ ਦੀ ਮਰਿਆਦਾ ਦਾ ਸੰਕੇਤ ਮੰਗਲ ਹੈ ਅਤੇ ਅਸਲ ਰੂਪ ਵਿੱਚ ਗੁਰਬਾਣੀ ਦਾ ਮੰਗਲ ਕਰਦੇ ਹੈ। ਬਾਣੀ ਬਰਦਾਨੀ ਸਮਤ। ਜੋ ਗੁਰਬਾਣੀ ਹੈ, ਧੁਰ ਕੀ ਬਾਣੀ, ਸੱਚ ਕੀ ਬਾਣੀ, ਉਸ ਦਾ ਮੰਗਲ ਹੈ। ਗੁਰੂ ਕੀ ਬਾਣੀ ਵਰਾਂ ਨੂੰ ਦੇਣ ਵਾਲੀ ਹੈ। ਸ੍ਰੇਸ਼ਟ ਮਤ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ, ਉਸ ਆਤਮ ਵਿਸ਼ੈਣੀ ਬੁੱਧੀ ਨੂੰ ਬਖਸ਼ਣ ਵਾਲੀ ਹੈ। ਗੁਣ ਖਾਨੀ ਸੁਖ ਮੂਰ। ਗੁਣਾਂ ਦੀ ਤਾਂ ਖਾਣੀ ਹੈ, ਸੁੱਖਾਂ ਦਾ ਮੁੱਢ ਹੈ ਗੁਰਬਾਣੀ। ਸੁੱਖਾਂ ਦਾ ਜੋ ਮੂਲ ਕਾਰਨ ਉਹ ਕੀ ਹੈ? ਬ੍ਰਹਮ ਗਿਆਨ। ਜੋ ਵਾਹਿਗੁਰੂ ਦਾ ਬ੍ਰਹਮ ਗਿਆਨ ਹੈ, ਸੁੱਖਾਂ ਦਾ ਕਾਰਨ, ਸੁੱਖਾਂ ਦਾ ਮੁੱਢ, ਉਸ ਵਾਹਿਗੁਰੂ ਦੇ ਬ੍ਰਹਮ ਗਿਆਨ ਨੂੰ ਬਖਸ਼ਣ ਵਾਲੀ ਹੈ ਗੁਰਬਾਣੀ। ਕਲਿਆਣੀ ਰਾਣੀ ਜਗਤ। ਜਗਤ ਵਿੱਚ ਕਲਿਆਣੀ ਕਹੀਏ ਜੋ ਬ੍ਰਹਮ ਵਿਦਿਆ ਹੈ, ਰਾਣੀ ਕਹੀਏ ਉਸ ਨੂੰ ਪ੍ਰਕਾਸ਼ ਕਰਕੇ। ਜਗਤ ਵਿੱਚ ਜੋ ਕਲਿਆਣੀ ਬ੍ਰਹਮ ਵਿਦਿਆ ਹੈ, ਰਾਣੀ ਪ੍ਰਕਾਸ਼ ਕਰਕੇ ਕਲਿਆਣੀ ਮੁਕਤ ਕਰਨ ਵਾਲੀ ਹੈ ਗੁਰਬਾਣੀ। ਮਾਨੀ ਕਵ ਪਗ ਧੂਰ। ਜਿਸ ਗੁਰਬਾਣੀ ਦੇ ਸ਼ਬਦ ਰੂਪੀ ਚਰਨ ਹਨ, ਜਿਵੇਂ ਗੁਰਬਾਣੀ ਚਾਹੁੰਦਾ ਹੈ, ਕਿਉਂਕਿ ਇਹ ਕੁਝ ਬਚਨ ਹੁੰਦੇ ਆ ਜਿਨ੍ਹਾਂ ਤੋਂ ਲੋਕ ਭਰਮ ਜਾਂਦੇ ਹੈ ਵੀ ਚਰਨ ਕਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ।
ਤੇ ਗੁਰੂ ਸਾਹਿਬ ਜੀ ਕਹਿੰਦੇ ਆ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜਿਹੜੇ ਸ਼ਬਦ ਗੁਰੂ ਜੀ ਦੇ ਇਹ ਚਰਨ ਹੈ, ਇਹਨਾਂ ਤੂੰ ਹਿਰਦੇ ਵਿੱਚ ਧਾਰ। ਤੇ ਇਹ ਜਿਹੜੇ ਗੁਰਬਾਣੀ ਦੇ ਮਾਨੀ ਕਵ ਪਗ ਧੂਨ, ਗੁਰਬਾਣੀ ਦੀ ਜਿਹੜੀ ਸ਼ਬਦ ਰੂਪੀ ਚਰਨ ਹੈ, ਤੇ ਉਹਨਾਂ ਸ਼ਬਦ ਰੂਪੀ ਚਰਨਾਂ ਦੇ ਜਿਹੜੀ ਸਿਧਾਂਤ ਰੂਪੀ ਧੂੜ ਹੈ, ਸਿਧਾਂਤ ਰੂਪੀ ਧੂੜੀ ਹੈ, ਇਸ ਨੂੰ ਕਵੀ ਜਨਾਂ ਨੇ ਮੰਨਿਆ, ਸਤਿਕਾਰਿਆ ਹੈ, ਸਨਮਾਨਿਆ ਹੈ। ਸ੍ਰੀ ਬਾਲਾ ਸੰਦਰ ਵਾਚ ਰਸਾਵਲ ਛੰਦ ਚੱਲੇ ਫੇਰ ਆਗਾ। ਭਾਈ ਬਾਲਾ ਜੀ ਕਹਿੰਦੇ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਇਵੇਂ ਕਲਯੁਗ ਦੇ ਆਧਾਰ ਕਰਨ ਵਾਸਤੇ ਕਲਯੁਗ ਨੂੰ ਮਾਰੇ ਵਰ ਬਖਸ਼ ਕੇ ਤੇ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਚੱਲੇ ਐ। ਵਿਖੇ ਪਾਪ ਭਾਗਾ, ਜਿਨ੍ਹਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਵੇਖਿਆ ਹੀ ਸਾਰੇ ਪਾਪ ਭੱਜ ਨੱਠ ਜਾਂਦੇ ਐ। ਮਹਾਦਾਨ ਦਾਤਾ, ਜੋ ਸਤਿਗੁਰ ਜੀ ਮਹਾ ਬ੍ਰਹਮ ਗਿਆਨ ਦਾ ਦਾਨ ਦੇਣ ਵਾਲੇ ਦਾਤੇ ਹਨ। ਸਭੈ ਲੋਕ ਖਿਆਤਾ, ਸਾਰੇ ਲੋਕ 14 ਲੋਕਾਂ ਵਿੱਚ ਖਿਆਤਾ ਕਈਏ ਪ੍ਰਗਟ ਹਨ। ਜੋ ਸ਼ੁਭੈ ਸੰਗ ਦੋ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਮੈਂ ਭਾਈ ਬਾਲਾ ਤੇ ਦੂਸਰੇ ਭਾਈ ਮਰਦਾਨਾ ਜੀ, ਅਸੀਂ ਦੋਵੇਂ ਸਤਿਗੁਰੂ ਜੀ ਨਾਲ ਸੋਭ ਰਹੇ ਸਾਂ। ਬੜੇ ਭਾਗ ਜੋ, ਜਿਨ੍ਹਾਂ ਸਾਡੇ ਦੋਨਾਂ ਦੇ ਬੜੇ ਵੱਡੇ ਭਾਗ ਹੈ ਸੀ। ਆਇਓ ਏਕ ਗ੍ਰਾਮੰ, ਚਲਦਿਆਂ ਚਲਦਿਆਂ ਜਿਹੜਾ ਪਿੰਡ ਆ ਗਿਆ। ਵਿਖਿਓ ਗਿਆਨ ਧਾਮੰ, ਤੇ ਜੋ ਗਿਆਨ ਦੇ ਘਰ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਇਸ ਇੱਕ ਪਿੰਡ ਨੂੰ ਦੇਖਿਆ। ਤਹਾਂ ਬ੍ਰਿਸ਼ ਹੇਰਾ, ਉੱਥੇ ਪਿੰਡ ਦੇ ਬਾਰ-ਬਾਰ ਇੱਕ ਜੋ ਬ੍ਰਿਸ਼ ਸੰਘਣੀ ਛਾਂ ਵਾਲਾ ਤੱਕਿਆ। ਤਹਾਂ ਕੀਨ ਡੇਰਾ, ਉਸ ਬ੍ਰਿਸ਼ ਦੀ ਸੰਘਣੀ ਛਾਂ ਹੇਠਾਂ ਸਤਿਗੁਰੂ ਜੀ ਨੇ ਡੇਰਾ ਕਰ ਲਿਆ। ਇਕੰ ਧੂਮ ਆਇਓ, ਇੰਨੇ ਨੂੰ ਉਸ ਨਗਰ ਦਾ ਇੱਕ ਜਿਹੜਾ ਮਰਾਸੀ ਉਹ ਆ ਗਿਆ। ਸ਼ੁਦਾ ਤੇ ਦਿਖਾਇਓ, ਜੋ ਸ਼ੁਦਾ ਭੁੱਖ ਨਾਲ ਦੁਖੀ ਹੋਇਆ, ਵਿਆਕਲ ਹੋਇਆ ਸੀ। ਕਹੇ ਬੈਨ ਐਸੇ, ਉਸ ਮਰਾਸੀ ਨੇ ਆਉਂਦਿਆਂ ਹੀ ਇਸ ਤਰ੍ਹਾਂ ਦੇ ਬਚਨ ਕਹੇ। ਦਿਖਾ ਭੂਪ ਜੈਸੇ, ਕਹਿਣ ਲੱਗਾ ਵੀ ਹੇ ਗੁਰੂ ਮਹਾਰਾਜ, ਜਿਸ ਤਰ੍ਹਾਂ ਬੜਾ ਤਕੜਾ ਕੋਈ ਮਹਾਨ ਰਾਜਾ ਹੋਏ, ਪ੍ਰਤਾਪੀ, ਇਸ ਤਰ੍ਹਾਂ ਰਾਜੇ ਸਮਾਨ ਤੁਹਾਨੂੰ ਦੇਖਦਾ ਹਾਂ ਜੀ। ਕਛੂ ਦੇਹੋ ਪਿਛਾ, ਮੈਨੂੰ ਗਰੀਬ ਨੂੰ ਵੀ ਕੋਈ ਨਾ ਕੋਈ ਭਿਖਿਆ ਦੇ ਦਿਓ। ਕਰੋ ਪੂਰ ਇੱਛਾ, ਫਿਰ ਮੇਰੇ ਮਨ ਦੀ ਜਿਹੜੀ ਇੱਛਾ ਉਹ ਵੀ ਪੂਰੀ ਕਰੋ ਜੀ। ਉਦਾਰੀ ਦਿਦਾਰੀ, ਤੁਹਾਡੇ ਜੋ ਦਰਸ਼ਨ ਦੀਦਾਰ ਹੈ ਉਹ ਬੜੇ ਜਿਹੜੇ ਸ੍ਰੇਸ਼ਟ ਹਨ ਜੀ। ਅਸੋਕੀ ਲਿਲਾਰੀ, ਆਪ ਜੀ ਦਾ ਮਸਤਕ ਸ਼ੋਕਾਂ ਤੋਂ ਰਹਿਤ ਕਰ ਦੇਣ ਵਾਲਾ, ਪ੍ਰਸੰਨਤਾ ਕਰਨ ਵਾਲਾ, ਬਖਸ਼ਣ ਵਾਲਾ ਹੈ। ਸੁਨਿਆ ਸ਼ੌਨ ਬੈਨੰ, ਜਦੋਂ ਗੁਰੂ ਸਾਹਿਬ ਜੀ ਨੇ ਉਸ ਮਰਾਸੀ ਦੇ ਆਪਣੇ ਕੰਨਾਂ ਵਿੱਚ ਬਚਨਾਂ ਨੂੰ ਸੁਣਿਆ ਹੈ। ਦਇਆਵਾਨ ਨੈਨੰ, ਜਿਨ੍ਹਾਂ ਦੇ ਦਇਆ ਵਾਲੇ ਨੇਤਰ, ਮਿਹਰ ਦੀ ਦ੍ਰਿਸ਼ਟੀ ਵਾਲੇ ਹਨ ਗੁਰੂ ਸਾਹਿਬ ਜੀ। ਦੀਪੈ ਰੂਪ ਸ਼ੋਭਾ, ਸਤਿਗੁਰੂ ਜੀ ਦੇ ਸਰੂਪ ਦੀ ਸ਼ੋਭਾ ਬਹੁਤ ਪ੍ਰਕਾਸ਼ ਰਹੀ ਹੈ। ਕਵੀ ਚਿਤ ਲੋਭਾ, ਜੇ ਕਵੀ ਕਹਿੰਦੇ ਆ ਭਾਈ ਸੰਤੋਖ ਸਿੰਘ ਜੀ ਵੀ ਗੁਰੂ ਸਾਹਿਬ ਜੀ ਦੇ ਸਰੂਪ ਦੀ ਸ਼ੋਭਾ ਜਿਵੇਂ ਪ੍ਰਕਾਸ਼ ਦੀ ਹੈ, ਜਿਸ ਸ਼ੋਭਾ ਨੂੰ ਦੇਖ ਕੇ ਮੇਰਾ ਚਿੱਤ ਵੀ ਲੁਭਾਇਮਾਨ ਲੱਡੂ ਹੋ ਰਿਹਾ ਹੈ। ਭਨੇ ਬੈਨ ਐਸੇ, ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕਹੇ। ਸੁਦਾ ਸਾਨ ਜੈਸੇ, ਜਿਸ ਤਰ੍ਹਾਂ ਅੰਮ੍ਰਿਤ ਹੁੰਦਾ, ਅੰਮ੍ਰਿਤ ਵਰਗੇ ਬਚਨ ਕਹੇ ਗੁਰੂ ਸਾਹਿਬ ਜੀ ਨੇ। ਜੋ ਹੈ ਮੂਲ ਸਾਖੀ, ਕਹਿਣ ਲੱਗੇ ਵੀ ਭਾਈ ਪਿਆਰਿਆ, ਜੋ ਹੈ ਨਾ
ਅਸਾਖੀ ਬ੍ਰਿਛ ਦਾ ਮੁੱਢ ਤਹਾਂ ਦੇਖ ਆਖੀ ਆਪਣੇ ਨੇਤਰਾਂ ਨਾਲ ਧਿਆਨ ਨਾਲ ਉਸ ਬ੍ਰਿਛ ਦੇ ਮੁੱਢ ਦੇ ਹੇਠਾਂ ਦੇਖ। ਜੋ ਚਾਹੋ ਸੋ ਪਾਵੈ ਜੋ ਤੂੰ ਚਾਹੇਗਾ ਉਹੀਓ ਪਾ ਲਏਗਾ। ਨਿਸੰਸਾ ਦਿਵਾਵੈ ਬਿਨਾਂ ਸੰਸੇ ਤੈਨੂੰ ਦਵਾ ਦਿਆਂਗੇ, ਬਖਸ਼ ਦਿਆਂਗੇ। ਗਇਓ ਡੂਮ ਧਾਈ ਉਹ ਜੋ ਮਰਾਸੀ ਆਇਆ ਹੋਇਆ ਸੀ ਗਰੀਬ ਵਿਚਾਰਾ, ਬੜੀ ਦੌੜ ਕੇ ਉੱਥੇ ਗਿਆ ਜਿੱਥੇ ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਅਸਰਫੀ ਸੋ ਪਾਈ ਇਹਦੇ ਮਨ ਵਿੱਚ ਇੱਛਾ ਸੀ ਵੀ ਸੋਨੇ ਦੀ ਮੋਹਰ ਹੋਵੇ, ਜਿਸ ਕਰਕੇ ਇਹਨੇ ਸੋਨੇ ਦੀ ਮੋਹਰ ਪਾਈ ਹੈ ਬ੍ਰਿਛ ਦੇ ਮੁੱਢ ਵਿੱਚੋਂ। ਲਈ ਸੁਖ ਪਾਇਓ ਜਦੋਂ ਉਹ ਮੋਹਰ ਲਈ ਪਾਈ ਹੈ ਬਹੁਤ ਸੁਖ ਪਾਇਆ ਇਸਨੇ। ਨਿਜੰ ਗ੍ਰਾਮ ਆਇਓ ਉਹ ਮੋਹਰ ਲੈ ਕੇ ਮੱਥਾ ਟੇਕ ਕੇ ਖੁਸ਼ੀ ਖੁਸ਼ੀ ਆਪਣੇ ਪਿੰਡ ਨੂੰ ਆ ਗਿਆ। ਸਭੈ ਕੋ ਸੁਨਾਇਓ ਤੇ ਨਗਰ ਵਿੱਚ ਆ ਕੇ ਸਾਰਿਆਂ ਨੂੰ ਉੱਚੀ ਉੱਚੀ ਸੁਣਾ ਕੇ ਕਹਿੰਦਾ ਹੈ। ਇਕੰ ਸੰਤ ਆਇਓ ਕਹਿ ਲੱਗਾ ਵੀ ਲੋਕੋ, ਇੱਕ ਆਪਣੇ ਨਗਰ ਤੋਂ ਬਾਰ-ਬਾਰ ਬ੍ਰਿਛ ਹੇਠਾਂ ਬੜੇ ਤਗੜੇ ਸੰਤ ਆਏ ਹੋਏ ਐ। ਜੋ ਚਾਹੈ ਸੋ ਦੇਈ ਜੋ ਕੋਈ ਚਾਹੁੰਦਾ ਉਹੀਓ ਬਖਸ਼ ਦਿੰਦੇ ਐ। ਉਦਾਰੰ ਬੜੇਈ ਉਹ ਤੇ ਬਹੁਤ ਬੜੇ ਤਕੜੇ ਸਖੀ ਦਾਤੇ ਹਨ। ਸੁਨਿਆ ਸ਼ਰਾਨ ਬੈਨੰ ਜਦੋਂ ਇਹ ਨਗਰ ਦੇ ਗਰੀਬਾਂ ਮਾਤੜਾਂ ਵਿਚਾਰਿਆਂ ਨੇ ਆਪਣੇ ਕੰਨਾਂ ਵਿੱਚ ਇਹਨਾਂ ਬਚਨਾਂ ਨੂੰ ਸੁਣਿਆ, ਹੋਤੇ ਦੀਨ ਜਾਨੰ ਜੋ ਵੀ ਜਿੰਨੇ ਦੀਨ ਗਰੀਬੜੇ ਹੈ ਸੀ, ਗਏ ਤਾਹੇ ਧਾਈ ਉਹ ਉੱਥੇ ਬੜੀ ਦੌੜ ਕੇ ਗਏ ਐ ਵਿਰਾਜਾ ਜੇਬ ਜਾਹੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਬਿਰਾਜ ਰਹੇ ਸਨ, ਸੱਜ ਧੱਜ ਰਹੇ ਸੀ। ਦੋਹਰਾ ਜੋ ਜੋ ਜਾਚਹਿ ਆਏ ਨਰ ਜੋ ਜੋ ਵੀ ਪੁਰਸ਼ ਗਰੀਬ ਆਣ ਕੇ ਮੰਗਦਾ ਹੈ, ਸੋ ਸੋ ਦੇਹ ਬਤਾਏ ਉਹੀਓ ਸਤਿਗੁਰ ਜੀ ਉਹ ਮੰਗਣ ਵਾਲੇ ਪੁਰਸ਼ ਨੂੰ ਦੱਸ ਦਿੰਦੇ ਐ। ਕਿਹ ਸਥਾਨ ਕਿਹ ਤਰ ਤਰੇ ਕਿਸੇ ਨੂੰ ਕਿਸੇ ਸਥਾਨ ਤੇ ਕਹਿ ਦਿੰਦੇ ਐ, ਕਿਸੇ ਨੂੰ ਕਿਸੇ ਰੁੱਖ ਦੇ ਹੇਠਾਂ ਦੱਸ ਦਿੰਦੇ ਵੀ ਉਹ ਰੁੱਖ ਦੇ ਹੇਠਾਂ ਹੈ। ਜਾਏ ਤਹਾਂ ਤੇ ਪਾਏ ਉਹ ਉੱਥੇ ਜਾਂਦਾ ਤੇ ਉੱਥੋਂ ਪਾ ਲੈਂਦਾ ਹੈ। ਕਿ ਜਿਹੜਾ ਵੀ ਕੋਈ ਜਾਂਦਾ ਪੁੱਛਦਾ ਹੈ ਮਹਾਰਾਜ ਮੈਨੂੰ ਆਹ ਚਾਹੀਦਾ, ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਆਹ ਲੈਣਾ ਤੇ ਉਹ ਸਥਾਨ ਤੇ ਪਿਆ ਹੈ ਉੱਥੋਂ ਲੈ ਲਾ। ਜੇ ਦੂਸਰਾ ਆਉਂਦਾ ਮਹਾਰਾਜ ਮੈਨੂੰ ਆਹ ਚਾਹੀਦਾ, ਗੁਰੂ ਸਾਹਿਬ ਜੀ ਕਹਿੰਦੇ ਫਲਾਣਾ ਬ੍ਰਿਛ ਹੈ, ਉਹਦੇ ਬ੍ਰਿਛ ਦੇ ਹੇਠਾਂ ਉਹ ਵਸਤੂ ਪਈ ਉੱਥੋਂ ਪ੍ਰਾਪਤ ਕਰ ਲਾ। ਐਵੇਂ ਉਹ ਜੋ ਵੀ ਕੋਈ ਮੰਗਦਾ ਹੈ ਉਹੀਓ ਪਾ ਲੈਂਦਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਰਸਾਵਲ ਛੰਦ ਜਸੰ ਦੇਸ ਫੈਲਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਉਸ ਇਲਾਕੇ ਵਿੱਚ ਬੜਾ ਭਾਰੀ ਜਸ ਫੈਲ ਗਿਆ। ਅਮੰਕੰ ਕਟਾਲਾ ਜੋ ਪਾਪਾਂ ਨੂੰ ਕੱਟਣ ਵਾਲੇ ਹੈ ਗੁਰੂ ਨਾਨਕ ਸਾਹਿਬ ਜੀ। ਮਹਾ ਸੰਤ ਰੂਰਾ ਆਪੋ ਵਿੱਚ ਹੀ ਕਹਿੰਦੇ ਜੋ ਬਾਹਰ ਆਏ ਹੋਏ ਨਾ ਉਹ ਬੜੇ ਮਹਾਨ ਸੰਤ ਹੈ ਸੋਹਣੇ ਰੱਬ ਦੇ। ਵੈ ਵੈਨ ਪੂਰਾ ਜੋ ਵੀ ਆਪਣੇ ਮੁਖ ਤੋਂ ਬਚਨ ਕਰਦੇ ਉਹ ਪੂਰਾ ਹੀ ਹੁੰਦਾ ਹੈ। ਬੜੋ ਦੀਨ ਦਾਨੀ ਫਿਰ ਵੀ ਉਹ ਤੇ ਗਰੀਬਾਂ ਨੂੰ ਦਾਨ ਦੇਣ ਵਾਸਤੇ ਤੇ ਬਹੁਤ ਵੱਡੇ ਦਾਨੀ ਹਨ, ਮਹਾ ਸਖੀ ਦਾਤੇ। ਨਾ ਕੋ ਸਮਾਨੀ ਉਹਨਾਂ ਸਮਾਨ ਤੇ ਕੋਈ ਐਸਾ ਗਰੀਬਾਂ ਨੂੰ ਦਾਨ ਕਰਨ ਵਾਲਾ ਦੂਸਰਾ ਕੋਈ ਹੈ ਨਹੀਂ, ਕੋਈ ਹਰ ਸਮਾਨ ਨਹੀਂ ਰਾਜਾ। ਸੁਨੈ ਲੋਕ ਜੋ ਵੀ ਲੋਕ ਫਿਰ ਇਹ ਗੱਲ ਨੂੰ ਸੁਣਦੇ ਐ, ਲਿਖਿਆ ਧਾਏ ਸੋ ਉਹ ਜਿਹੜਾ ਦੌੜ ਕੇ ਆਉਂਦੇ ਆ ਇਕੱਠੇ ਹੋ ਕੇ ਤੇ ਸਤਿਗੁਰੂ ਜੀ ਨੂੰ ਵੇਖਦੇ ਐ। ਜਬੈ ਜਾਏ ਹੇਰਾ ਜਦੋਂ ਇਹ ਦੌੜ ਕੇ ਗਰੀਬ ਮਾਤੜ ਵਿਚਾਰੇ ਆ ਕੇ ਸਤਿਗੁਰੂ ਜੀ ਨੂੰ ਦੇਖਦੇ ਐ, ਕਰਾ ਚਿਤ ਚੇਰਾ ਆਪਣਾ ਜਿਹੜਾ ਚਿੱਤ ਹੈ ਗੁਰੂ ਸਾਹਿਬ ਜੀ ਤੋਂ ਚਰਨਾਂ ਦਾ ਉਹਨੂੰ ਚੇਲਾ ਹੀ ਕਰ ਦਿੰਦੇ, ਸੇਵਕ ਹੀ ਬਣਾਉਣਾ ਕਰ ਦਿੰਦੇ ਐ। ਭਈ ਭੀੜ ਭਾਰੀ ਇਸ ਤਰ੍ਹਾਂ ਉੱਥੇ ਤੇ ਲੋਕਾਂ ਦੀ ਬਹੁਤ ਭਾਰੀ ਜਿਹੜੀ ਭੀੜ ਹੋ ਗਈ ਹੈ। ਨਮੋ ਕਾ ਨਿਹਾਰੀ ਨਮਸਕਾਰਾਂ ਕਰਦੇ ਨਾਲੇ ਦਰਸ਼ਨ ਕਰਦੇ ਹਨ। ਕਰੰ ਜੋਰ ਦੋਵੇਂ ਹੱਥਾਂ ਨੂੰ ਜੋੜ ਕੇ ਭਨੇ ਬੈਨ ਸੋ
ਵਿਚਾਰੇ ਆਣ ਆਣ ਕੇ ਬੇਨਤੀਆਂ ਕਰਦੇ ਬਚਨ ਕਹਿੰਦੇ ਐ। ਨਿਜਮ ਜੋ ਉਪਦੇਸਾ। ਕਹਿੰਦੇ ਐ ਹੇ ਗੁਰੂ ਪਰਮੇਸ਼ਰ ਰੂਪ ਸੰਤ ਜੀ, ਆਪਣਾ ਜੋ ਤੁਹਾਡਾ ਮਹਾਨ ਉਪਦੇਸ਼ ਹੈ, ਕਰੋ ਸ਼ਾਂਤ ਬੇਸਾ। ਸ਼ਾਂਤ ਸਰੂਪ ਸੰਤ ਜੀ, ਆਪਣਾ ਜੋ ਮਹਾਨ ਉਪਦੇਸ਼ ਹੋ ਸਾਨੂੰ ਬਖਸ਼ਿਸ਼ ਕਰੋ ਜੀ। ਦੋਹਰਾ ਹੇਰਤ ਹੀ ਔਰ ਬਿਮਲ ਹੋਏ। ਗੁਰੂ ਸਾਹਿਬ ਜੀ ਨੂੰ ਦੇਖਦਿਆਂ ਹੀ ਉਹਨਾਂ ਦਾ ਹਿਰਦਾ ਜਿਹੜਾ ਮੈਲ ਤੋਂ ਰਹਿਤ ਐ ਉਜਲ ਹੋ ਜਾਂਦਾ ਹੈ। ਗੁਰ ਦਰਸ਼ਨ ਪ੍ਰਤਾਪ। ਗੁਰੂ ਜੀ ਦੇ ਦਰਸ਼ਨਾਂ ਦਾ ਐਸਾ ਹੀ ਪ੍ਰਤਾਪ ਹੈ। ਨਿਮਰ ਭਏ ਉਪਦੇਸ਼ ਲੈ। ਗੁਰੂ ਸਾਹਿਬ ਜੀ ਦਾ ਉਪਦੇਸ਼ ਲੈ ਕੇ ਸਾਰੇ ਨਿਮਰਤਾ ਵਾਲੇ ਹੀ ਹੋ ਗਏ ਹਨ। ਚਾਹਤ ਨਿਕੰਦਨ ਪਾਪ। ਤੇ ਇਹੋ ਚਾਹੁੰਦੇ ਵੀ ਸਾਡੇ ਜਿਹੜੇ ਸਮੂਹ ਪਾਪ ਉਹ ਕੱਟੇ ਜਾਣ। ਰਸਾਵਲ ਛੰਦ ਸੋਨੀ ਦੀਨਤਾਈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਦੇ ਇਲਾਕੇ ਦੇ ਲੋਕਾਂ ਦੀ ਦੀਨਤਾਈ ਸੁਣੀ ਹੈ, ਗਰੀਬਤਾਈ ਨਿਮਰਤਾ ਵਾਲੇ ਬਚਨ ਸੁਣੇ ਐ। ਦਇਆ ਹੇਰ ਆਈ। ਵੇਖ ਕੇ ਨਾ ਗਰੀਬਾਂ ਵਿਚਾਰਿਆਂ ਨੂੰ ਸਤਿਗੁਰ ਜੀ ਨੂੰ ਦਇਆ ਆ ਗਈ ਹੈ। ਗੁਰੂ ਸਾਹਿਬ ਜੀ ਦਾ ਹਿਰਦਾ ਢਾਲ ਆਇਆ ਹੈ। ਦਲੰ ਕਾਂਜਨ ਨਾ। ਜਿਨ੍ਹਾਂ ਸਤਿਗੁਰਾਂ ਦੇ ਨੇਤਰ ਕਵਲ ਦੇ ਪੱਤਰਿਆਂ ਵਰਗੇ ਬੜੇ ਚੌੜੇ ਐ। ਭਨੇ ਸਾਰ ਬੈਨਾ। ਬਹੁਤ ਹੀ ਜਿਹੜੇ ਸ੍ਰੇਸ਼ਟ ਤੋਂ ਸ੍ਰੇਸ਼ਟ ਮਹਾਨ ਬਚਨ ਕਹੇ ਐ। ਕਰੋ ਸੰਤ ਸੇਵਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੇ ਤੁਸੀਂ ਕਲਿਆਣ ਆਪਣਾ ਭਲਾ ਚਾਹੁੰਦੇ ਹੋ, ਇੱਥੇ ਉੱਥੇ ਸੁਖ ਚਾਹੁੰਦੇ ਹੋ, ਆਏ ਗਏ ਸੰਤਾਂ ਦੀ ਭਾਈ ਸੇਵਾ ਕਰਿਆ ਕਰੋ। ਜਪੋ ਨਾਮ ਦੇਵਾ। ਦੇਵਾ ਜੋ ਪਰਮੇਸ਼ਰ ਹੈ ਉਸ ਦਾ ਸਤਿਨਾਮ ਵਾਹਿਗੁਰੂ ਜਪਿਆ ਕਰੋ। ਹਿਰਦੇ ਭਾਉ ਧਾਰੋ। ਤੇ ਹਿਰਦੇ ਵਿੱਚ ਨਾਮ ਜਪਦਿਆਂ ਪਰਮੇਸ਼ਰ ਦਾ ਪ੍ਰੇਮ ਵੀ ਧਾਰਨ ਕਰਕੇ ਰੱਖੋ। ਵਿਕਾਰੰ ਨਿਵਾਰੋ। ਮਨ ਵਿੱਚ ਜਿਹੜੇ ਕੋਈ ਮੰਦੇ ਵਿਕਾਰ ਫੁਰਨੇ ਉਹ ਬਿਲਕੁਲ ਹੀ ਦੂਰ ਕਰ ਦਿਓ, ਨਿਵਰਤ ਕਰ ਦਿਓ। ਚਿਤੰ ਕਾਲ ਕੀ ਜੈ। ਤੇ ਹੋਰ ਨਾਲ ਕਹਿੰਦੇ ਵੀ ਜਿਹੜੀ ਮੌਤ ਹੈ ਉਹਨੂੰ ਹਮੇਸ਼ਾ ਹੀ ਚੇਤੇ ਕਰਕੇ ਰੱਖੋ। ਦਿਨੰ ਦੇਹ ਸੀਜੈ। ਕਿਉਂਕਿ ਜਿਹੜੀ ਦੇਹ ਹੈ ਤੇ ਦਿਨੋਂ ਦਿਨ ਨਾਸ ਹੁੰਦੀ ਜਾ ਰਹੀ ਹੈ। ਦਿਨ ਤੇ ਪੈਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ। ਪਦੰ ਕੰਕ ਪਖਾਰੇ। ਇਹਨਾਂ ਕਹਿ ਕੇ ਸਤਿਗੁਰੂ ਜੀ ਨੇ ਆਪਣੇ ਚਰਨ ਜਿਹੜੇ ਪਖਾਰੇ ਐ, ਧੋਤੇ ਐ। ਸੁਖੰ ਦੇਨ ਵਾਰੇ। ਜੋ ਸੁੱਖਾਂ ਨੂੰ ਦੇਣ ਵਾਲੇ ਐ, ਇੱਥੇ ਉੱਥੇ ਤੇ ਬ੍ਰਹਮ ਗਿਆਨ ਦਾ ਸੁੱਖ ਬਖਸ਼ਣ ਵਾਲੇ ਐ ਗੁਰੂ ਸਾਹਿਬ। ਲਏ ਹਾਥ ਬਾਲਾ। ਭਾਈ ਬਾਲਾ ਜੀ ਨੇ ਉਸ ਜਲ ਨੂੰ ਚਰਨਾਂ ਦੀ ਪੌਲ ਨੂੰ ਲੈ ਕਰਕੇ ਦਏ ਕਾ ਨਿਹਾਲਾ। ਸਾਰਿਆਂ ਨੂੰ ਦੇਖ ਕਰਕੇ ਨਿਹਾਲ ਸਫਲਾ ਸਕਾਰਤਾ ਕਰ ਦਿੱਤਾ ਹੈ। ਭਏ ਸਿੱਖ ਸੋ। ਚਰਨਾਂ ਦੀ ਪੌਲ ਲੈ ਕੇ ਸਾਰੇ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਸਿੱਖ ਹੋ ਗਏ ਐ। ਬੜੇ ਭਾਗ ਜੋ। ਜਿਨ੍ਹਾਂ ਦੇ ਵੱਡੇ ਭਾਗ ਹੈ ਉਹੀਓ ਗੁਰੂ ਕੇ ਸਿੱਖ ਬਣਦੇ ਤੇ ਇਹ ਬਣ ਗਏ ਹਨ। ਤੋਟਕ ਛੰਦ ਤਿਸ ਦੇਸ਼ ਨਰੇਸ਼ ਸੁਨਿਆ ਸ਼ਰਵਨੰ। ਇੱਥੇ ਦਾ ਜਿਹੜਾ ਇੱਕ ਰਾਜਾ ਸੀ ਇਲਾਕੇ ਦਾ, ਜਦੋਂ ਉਸ ਰਾਜੇ ਨੇ ਆਪਣੇ ਕੰਨਾਂ ਵਿੱਚ ਸੁਣਿਆ ਹੈ ਸਤ ਸੰਤ ਸਰੂਪ ਆਇਓ ਰਵਨੰ। ਕਿ ਜੋ ਸਤ ਸਰੂਪ ਪਰਮੇਸ਼ਰ ਦਾ ਰੂਪ ਸੰਤ ਹੈ ਬੜੇ ਸੋਹਣੇ ਉਹ ਆਏ ਹੋਏ ਆ, ਜਾਂ ਵੀ ਸਤ ਸਰੂਪ ਦੀ ਪ੍ਰਾਪਤੀ ਵਾਲੇ ਸੰਤ ਸੁੰਦਰ ਹੋ ਆਏ ਸੰਤ ਪਰਾਉਣੇ। ਗਤ ਦਾ ਬਲਵਾਨ ਵਿਸਾਲ ਕਲਾ। ਜਿਹਨੇ ਸੁਣਿਆ ਸੀ ਵੀ ਉਹ ਮੁਕਤੀ ਦਾ ਦਾਨ ਦੇਣ ਵਾਲੇ ਬੜੇ ਬਲ ਵਾਲੇ ਐ ਤੇ ਬਹੁਤ ਸ਼ਕਤੀਆਂ ਵਾਲੇ ਕਲਾ ਵਾਲੇ ਐ। ਅਨੰਤ ਕਲਾ ਲੈ ਠਾਕਰ ਚੜਿਆ ਆਇਆ ਹੋਇਆ ਹੈ। ਅਵਲੋਕਤ ਲੋਚਨ ਹੋਤ ਭਲਾ। ਕਿ ਜਿਨ੍ਹਾਂ ਨੂੰ ਦੇਖਦਿਆਂ ਹੀ ਨੇਤਰਾਂ ਦਾ ਭਲਾ ਹੋ ਜਾਂਦਾ, ਸਫਲੇ ਹੋ ਜਾਂਦੇ ਐ। ਤਟ ਭੇਟਨਾ ਕੋ ਪਾਟ ਭੇਟ ਲਈ। ਇਹ ਰਾਜੇ ਨੇ ਗੁਰੂ ਸਾਹਿਬ ਜੀ ਦੇ ਕੋਲ ਮਿਲਣ ਦੀ ਜਿਹੜੀ ਹੈ ਵੀ ਮਿਲ ਜਾਣਾ ਹੈ, ਤੇ ਜਿਸ ਕਰਕੇ ਕੱਪੜੇ ਵਸਤਰਾਂ ਦੀ ਭੇਟਾ ਲੈ ਲਈ ਹੈ। ਘਾਟ ਕੋ ਪਾਟ ਪਾਟ ਹੈ ਤ੍ਰਿਟ ਭਈ। ਇਹ ਇੱਛਾ ਹੋਈ ਆ ਵੀ ਹਿਰਦੇ ਦੇ ਜਿਹੜੇ ਪੜਦੇ ਨਾ ਪੰਜ ਕੋਸ਼ਾਂ ਦੇ, ਅਨਵੇਂ ਕੋਸ਼, ਮਨਵੇਂ ਕੋਸ਼, ਗਿਆਨਵੇਂ ਕੋਸ਼, ਇਹ ਜਿਹੜੇ ਪੰਜ ਪੜਦੇ ਕੋਸ਼ਾਂ ਦੇ ਇਹ ਵੀ ਇਹ ਪੜਦੇ ਪਾੜ ਜਾਣ
ਤੇ ਹਿਰਦੇ ਵਿੱਚ ਸਾਖਿਆਤਕਾਰਤਾ ਸਰੂਪ ਦੀ ਹੋ ਜਾਏ, ਇਹ ਇੱਛਾ ਹੋਈ ਹੈ। ਭਟ ਭੀਰ ਪਲਏ ਚੱਲ ਆਏ ਤਾਹਾਂ। ਬਹੁਤ ਸੂਰਮਿਆਂ ਦੀ ਭੀੜ ਲੈ ਲਈ ਹੈ ਤੇ ਚੱਲ ਕਰਕੇ ਉੱਥੇ ਆਏ ਹੈ। ਅਰਬਿੰਦ ਵਿਲੋਚਨ ਬੈਸ ਜਹਾਂ। ਜਿੱਥੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਜੀ ਬੈਠ ਰਹੇ, ਬਿਰਾਜ ਰਹੇ ਸੀ। ਕਰ ਬੰਦ ਕਰੀ ਪਦ ਬੰਧਨਤਾ। ਦੋਵੇਂ ਹੱਥ ਜੋੜ ਕੇ ਇਸਨੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਹੈ। ਚਖ ਸੋ ਮੁਖ ਦੇਖ ਆਨੰਦਤਾ। ਆਪਣੇ ਨੇਤਰਾਂ ਨਾਲ ਸਤਿਗੁਰੂ ਜੀ ਦਾ ਸੁੰਦਰ ਮੁਖ ਦੇਖ ਕੇ ਬੜਾ ਆਨੰਦ ਵਾਲਾ ਹੋਇਆ ਰਾਜਾ। ਭਾਨ ਆਨਨ ਬੇਨਤ ਦੀਨ ਮਨੰ। ਮਨ ਵਿੱਚ ਦੀਨ ਨਿਮਾਣਾ ਹੋ ਕੇ ਰਾਜ ਭਾਗ ਦਾ ਹੰਕਾਰ ਛੱਡ ਕੇ ਬਹੁਤ ਬੇਨਤੀਆਂ ਮੁਖੋਂ ਕਹਿੰਦਾ ਹੈ। ਉਪਕਾਰ ਕੇ ਹੇਤ ਧਰਿਓ ਸੋ ਤਨੰ। ਐ ਪਰਮੇਸ਼ਰ ਰੂਪ ਸੰਤ ਜੀ, ਆਪ ਜੀ ਨੇ ਤੇ ਜੀਵਾਂ ਦੇ ਭਲੇ ਕਰਨ ਵਾਸਤੇ, ਉਪਕਾਰ ਕਰਨ ਵਾਸਤੇ ਸਰੀਰ ਧਾਰਿਆ ਹੈ ਮਨੁੱਖਾ। ਉਪਦੇਸ਼ ਦੀਜਾ ਨਿਜ ਸਿੱਖ ਕਰੋ। ਮੈਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਉਪਦੇਸ਼ ਦਈਏ ਜੀ ਤੇ ਆਪਣਾ ਸਿੱਖ ਕਰ ਲਓ ਜੀ। ਭਵ ਬੰਧ ਅਮੰਕਨ ਮੈਲ ਹਰੋ। ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਤੇ ਪਾਪਾਂ ਦੀ ਮੈਲ ਹੈ, ਉਸ ਨੂੰ ਨਾਸ ਕਰੋ। ਸਨ ਕੀਰਤ ਕੋ ਸ਼ਰਦਾ ਧਰ ਕਾ। ਮੈਂ ਆਪ ਜੀ ਦੀ ਮਹਾਨ ਕੀਰਤੀ ਵਡਿਆਈ ਮਹਿਮਾ ਨੂੰ ਸੁਣ ਕੇ ਹਿਰਦੇ ਵਿੱਚ ਬਹੁਤ ਹੀ ਸ਼ਰਧਾ ਧਾਰ ਕੇ ਪਗ ਆਨ ਗਹੇ ਜਮ ਤੇ ਡਰ ਕਾ। ਜਮਾਂ ਦੇ ਮਾਰ ਤੋਂ ਡਰ ਕੇ ਗੁਰੂ ਸਾਹਿਬ ਪਰਮੇਸ਼ਰ ਜੀ ਆਪ ਜੀ ਦੇ ਚਰਨ ਆਣ ਫੜੇ ਐ। ਸੁਨ ਕੇ ਸੁਖ ਦਾਨ ਭਨੇ ਬਚਨਾ। ਸੁੱਖਾਂ ਦਾ ਦਾਨ ਦੇਣ ਵਾਲੇ ਸਤਿਗੁਰ ਜੀ ਰਾਜੇ ਪਾਸੋਂ ਸੁਣ ਕੇ ਬਚਨ ਕਹੇ। ਨਿਜ ਮੈਂ ਗਾਤ ਦੇਵਨ ਕੀ ਰਚਨਾ। ਜਿਨ ਮੈਂ ਗਾਤ ਦੇਵਨ ਕੀ ਰਚਨਾ। ਜਿਨ੍ਹਾਂ ਬਚਨਾਂ ਦੇ ਵਿੱਚ ਮੁਕਤੀ ਦੇਣ ਦੀ ਰਚਨਾ ਢੰਗ ਤਰੀਕਾ ਸੀ ਗੁਰੂ ਸਾਹਿਬ ਜੀ ਦਾ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਰਾਜਨ ਸੁਖ ਹੋਵੇ ਦੁੱਖ ਹੋਵੇ, ਸੁਖ ਵਿੱਚ ਵੀ ਦੁੱਖ ਵਿੱਚ ਵੀ ਹਮੇਸ਼ਾ ਜਿਹੜਾ ਪਰਮੇਸ਼ਰ ਦੇ ਨਾਮ ਸਤਿਨਾਮ ਵਾਹਿਗੁਰੂ ਦਾ ਭਜਨ ਕਰਿਆ ਕਰ। ਸਾਧ ਸੰਗਤ ਪ੍ਰੀਤ ਹਿਰਦੈ ਨਾ ਤਜੋ। ਸਾਧ ਸੰਗਤ ਨਾਲ ਪ੍ਰੀਤੀ ਕਰਿਆ ਕਰ ਤੇ ਸਾਧ ਸੰਗਤ ਦੀ ਜਿਹੜੀ ਪ੍ਰੀਤੀ ਹਿਰਦੇ ਵਿੱਚ ਕਦੀ ਨਾ ਛੱਡਈ। ਤਨ ਮਾਨਖ ਲਾਲ ਅਮੋਲ ਭਲਾ। ਕਿਉਂਕਿ ਜਿਹੜਾ ਇਹ ਮਨੁੱਖਾ ਜਨਮ ਦਾ ਸਰੀਰ ਹੈ ਨਾ, ਮਨੁੱਖ ਸਰੀਰ, ਇਹ ਤੇ ਬੜਾ ਚੰਗਾ, ਮੁੱਲ ਤੋਂ ਰਹਿਤ ਅਮੋਲ ਕੀ ਰਤਨ ਹੈ, ਮਹਿੰਗਾ। ਇਹ ਵਾਰ-ਵਾਰ ਵਾਪਸ ਨਹੀਂ ਮਿਲਦਾ ਹੈ, ਪ੍ਰਾਪਤ ਨਹੀਂ ਹੁੰਦਾ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਇਹੋ ਮਾਨਸ ਜਨਮ ਬੜਾ ਔਖਾ ਮਿਲਦਾ ਕਠਿਨਾਈ ਨਾਲ, ਦੁਲੱਭ ਦੇ ਤਤਕਾਲ ਉਧਾਰੇ। ਇਹ ਨਾਮ ਜਪਿਆ ਹੀ ਇਹ ਪਾਰ ਉਤਾਰਾ ਹੋ ਸਕਦਾ ਹੈ ਰਾਜਨ। ਤਿਹ ਕੌਡਨ ਕੋ ਨਾ ਕਰੋ ਬਦਲਾ। ਇਸ ਮਨੁੱਖਾ ਸਰੀਰ ਨੂੰ ਤੂੰ ਜਿਹੜਾ ਕੌਡੀਆਂ ਦੇ ਬਦਲੇ ਨਾ ਵਟਾਉਣਾ ਕਰ, ਕੌਡੀਆਂ ਦੇ ਬਦਲੇ ਨਾ ਵੇਚ। ਇਹ ਕਿਤੇ ਨਾਮ ਤੋਂ ਬਿਨਾਂ ਹੀ ਨਾ ਲੰਘ ਜਾਏ ਸਮਾਂ। ਸਤ ਸੰਗਤ ਸੇਵ ਪਦਾਰਥ ਜੋ। ਕਿਉਂਕਿ ਜਿਹੜੀ ਸਤ ਸੰਗਤ ਦੀ ਸੇਵਾ ਹੈ ਬੜਾ ਤਕੜਾ ਮਹਾਨ ਪਦਾਰਥ ਹੈ। ਤਨ ਦੇ ਕਰੋ ਨਿਜ ਸਵਾਰਥ ਜੋ। ਜਿਸ ਕਰਕੇ ਸਤ ਸੰਗਤ ਦੀ ਸੇਵਾ ਵਿੱਚ ਸਰੀਰ ਨੂੰ ਦੇ ਕੇ ਆਪ ਨਿਜ ਸਵਾਰਥ ਜੋ ਆਪਣਾ ਹੈ ਨਾ ਸਵਾਰਥ ਭਲਾ ਕਰ, ਆਪਣਾ ਸਵਾਰਥ ਮੁਕਤੀ ਕਲਿਆਣ ਨੂੰ ਕਰ। ਭੁਜੰਗ ਪਰਿਆਤ ਛੰਦ ਕਰੋ ਸੰਤ ਸੰਗੰ ਚਿਰੰਕਾਲ ਹੇਤਾ। ਪ੍ਰੇਮ ਕਰਕੇ ਬਹੁਤ ਲੰਮਾ ਸਮਾਂ ਸਤ ਸੰਗ ਕਰਿਆ ਕਰ। ਹਿਰਦਾ ਸ਼ੁੱਧ ਹੋਵੇ ਭਜੋ ਨਾਮ ਸਵੇਤਾ। ਜਿਸ ਕਰਕੇ ਤੇਰਾ ਹਿਰਦਾ ਸ਼ੁੱਧ ਹੋ ਜਾਵੇਗਾ ਤੇ ਤੂੰ ਉਜਲ ਵਾਹਿਗੁਰੂ ਦਾ ਨਾਮ ਵੀ ਭਜਨ ਕਰਿਆ ਕਰ। ਕਹੇ ਬੈਨ ਐਸੇ ਪਦੰ ਧੋਏ ਦੀਨੇ। ਇਸ ਤਰ੍ਹਾਂ ਦੇ ਬਚਨ ਕਹੇ ਐ ਤੇ ਜਿਹੜੇ ਆਪਣੇ ਚਰਨਾਂ ਨੂੰ ਧੋ ਕੇ ਸਤਿਗੁਰੂ ਜੀ ਨੇ ਚਰਨਾਂ ਦੀ ਪੌਲ ਦਿੱਤੀ ਆ ਰਾਜੇ ਨੂੰ। ਕਰੀ ਧਰਮ ਸਾਲੰ ਭਲੀ ਰੀਤ ਚੀਨੀ। ਚੰਗੀ ਰੀਤੀ ਜਾਣੀ ਹੈ ਤੇ ਜਿਸ ਕਰਕੇ ਧਰਮਸ਼ਾਲਾ ਧਰਮ ਦੀ ਜਗ੍ਹਾ ਸਥਿਤ ਕਰ ਦਿੱਤੀ ਹੈ।
ਤੇ ਸ਼ੁਰੂ ਕਰ ਦਿੱਤੀ ਹੈ ਧਰਮਸ਼ਾਲਾ। ਕਿਤੇ ਦਿਓ ਸਬਾਸੇ ਚੱਲੇ ਔਰ ਦੇਸਾ। ਕਿੰਨੇ ਕੁ ਦਿਨ ਸਤਿਗੁਰੂ ਜੀ ਇਹਦੇ ਰਾਜੇ ਕੋਲ ਹੀ ਇੱਥੇ ਵਸੇ ਨਗਰ, ਫਿਰ ਹੋਰ ਦੇਸ਼ ਨੂੰ ਚੱਲ ਪਏ। ਕਲੀ ਕਾਲ ਕੇ ਤਾਰਬੇ ਜਾਹੇ ਬਿਆਸਾ। ਜਿਸ ਨਾਲ ਸਤਿਗੁਰਾਂ ਦਾ ਇਹ ਲਿਬਾਸ ਸੀ ਇਹ ਭੇਖ ਹੀ ਧਾਰਿਆ ਹੋਇਆ ਵੀ ਕਲਯੁਗ ਦੇ ਸਮੇਂ ਵਿੱਚ ਜੀਵਾਂ ਨੂੰ ਤਾਰਨਾ ਹੈ। ਤਾਰਨ ਵਾਸਤੇ ਜਿਨ੍ਹਾਂ ਨੇ ਇਹ ਭੇਖ ਧਾਰਿਆ ਹੋਇਆ ਹੈ। ਲਏ ਸੰਗ ਮੋਕੋ ਚੱਲੇ ਜਾਹੇ ਤੀਨਾ। ਗੁਰੂ ਅੰਗਦ ਦੇਵ ਸਾਹਿਬ ਜੀ ਆ ਮੈਨੂੰ ਨਾਲ ਲਿਆ, ਭਾਈ ਮਰਦਾਨਾ ਜੀ ਨਾਲ, ਅਸੀਂ ਤਿੰਨੇ ਜਾਣੇ ਚਲੋ ਜਾ ਰਹੇ ਹਾਂ। ਅਗੰ ਦੰਭ ਭਾਰੋ ਸ਼ਿਤੰ ਹੀਣ ਕੀਨਾ। ਜਿਨ੍ਹਾਂ ਸਤਿਗੁਰਾਂ ਨੇ ਧਰਤੀ ਦੇ ਉੱਪਰ ਜਿਹੜੇ ਵੱਡੇ ਵੱਡੇ ਪਾਪ ਹੈ ਤੇ ਭਾਰੀ ਪਖੰਡ ਹੈ ਇਹਨਾਂ ਨੂੰ ਨਾਸ ਕੀਤਾ ਹੈ। ਟੋਟਕ ਛੰਦ ਜੈ ਨਾਮ ਮੁਨਾਫਿਕ ਦੇਸ਼ ਹੈ। ਗੁਰੂ ਸਾਹਿਬ ਜੀ ਚਲਦਿਆਂ ਚਲਦਿਆਂ ਉਸ ਥਾਂ ਚਲੇ ਗਏ ਜਿਸ ਇਲਾਕੇ ਦੇਸ਼ ਦਾ ਨਾਮ ਮੁਨਾਫਿਕ ਦੇਸ਼ ਹੈ ਸੀ। ਹਰ ਨਾਮ ਬਹੀਨ ਅਧੀਨ ਰਹਿ। ਇੱਥੋਂ ਦੇ ਜਿੰਨੇ ਲੋਕ ਸਨ ਵਸਣ ਵਾਲੇ ਪਰਮੇਸ਼ਰ ਦੇ ਨਾਮ ਤੋਂ ਹੀਣੇ ਤੇ ਦੁੱਖਾਂ ਦੇ ਅਧੀਨ ਹੀ ਰਹਿੰਦੇ ਸਨ। ਸਤ ਸੰਗਤ ਰੀਤ ਨਾ ਕਾਨ ਸੁਣੀ। ਸਤ ਸੰਗਤ ਦੀ ਜਿਹੜੀ ਰੀਤੀ ਮਰਿਆਦਾ ਵੀ ਸਤ ਸੰਗਤ ਕੀ ਹੁੰਦੀ ਹੈ ਇੱਥੋਂ ਦੇ ਲੋਕਾਂ ਨੇ ਤੇ ਕੰਨਾਂ ਵਿੱਚ ਸੁਣੀ ਹੈ ਨਹੀਂ ਸੀ ਕਦੀ। ਸਭ ਮੂਰਖ ਮਾਨਵ ਕੋ ਨਾ ਗੁਣੀ। ਸਾਰੇ ਮਨੁੱਖ ਮੂਰਖ ਹੀ ਇਕੱਠੇ ਹੋਏ ਸੀ, ਕੋਈ ਨਹੀਂ ਸੀ ਗੁਣੀ ਅਕਲ ਬੁੱਧ ਵਾਲਾ। ਕਰਤਾਰ ਨ ਜਾਣੈ ਕੌਣ ਕਹਾਂ। ਗੁਰੂ ਅੰਗਦ ਦੇਵ ਸਾਹਿਬ ਜੀ ਹੋਰ ਵੀ ਸੁਣੋ ਇਹਨਾਂ ਲੋਕਾਂ ਬਾਰੇ ਵੀ ਪਰਮੇਸ਼ਰ ਨੂੰ ਤੇ ਜਾਣਦੇ ਨਹੀਂ ਸੀ ਵੀ ਉਹ ਕੌਣ ਹੈ ਤੇ ਕਿੱਥੇ ਰਹਿੰਦਾ ਹੈ। ਘਰ ਕਾਜ ਰਚੇ ਤਮ ਮੋਹ ਮਹਾ। ਘਰ ਦੇ ਕੰਮਾਂ ਵਿੱਚ ਹੀ ਫਸੇ ਹੋਏ ਸੀ, ਮੋਹ ਦਾ ਬਹੁਤਾ ਹਨੇਰਾ ਫੈਲਾ ਹੋਇਆ ਸੀ ਇਹਨਾਂ ਦੇ ਹਿਰਦਿਆਂ ਅੰਦਰ। ਭਗਤੀ ਬਿਨ ਭੂਲ ਭਵਾਰ ਪਰੇ। ਪਰਮੇਸ਼ਰ ਦੀ ਪ੍ਰੇਮਾ ਦੀ ਭਗਤੀ ਬਿਨਾ ਭੁੱਲੇ ਹੋਏ ਸੀ, ਜੰਮਣ ਮਰ ਦੀ ਭਵਾਂਟਣੀ ਵਿੱਚ ਪਏ ਹੋਏ ਸੀ। ਨਰ ਮੂਰਖ ਚੀਨ ਨਾ ਨਾਮ ਹਰੇ। ਮਨੁੱਖ ਜਿਹੜੇ ਆ ਮੂਰਖ ਸਨ ਸਾਰੇ, ਪਰਮੇਸ਼ਰ ਦੇ ਨਾਮ ਨੂੰ ਤੇ ਜਾਣਦੇ ਨਹੀਂ ਸੀ ਕੁਝ ਵੀ ਹੈ ਕੋਈ ਨਾਮ ਵਾਹਿਗੁਰੂ ਦਾ। ਕਰਨਾ ਕਰ ਹੇਰ ਭਾਈ ਕਰਨਾ। ਕਿਰਪਾ ਦੀ ਖਾਣ ਜੋ ਸਤਿਗੁਰੂ ਨਾਨਕ ਸਾਹਿਬ ਜੀ ਇਹਨਾਂ ਲੋਕਾਂ ਨੂੰ ਦੇਖ ਕੇ ਤੇ ਮਹਾਰਾਜ ਦੀ ਕਿਰਪਾ ਹੋਈ ਹੈ। ਇਸ ਦੇਸ਼ ਨਾ ਕੀਰਤ ਆਚਰਨਾ। ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਵਿਚਾਰਿਆ ਵੀ ਇਸ ਇਲਾਕੇ ਦੇ ਵਿੱਚ ਵਾਹਿਗੁਰੂ ਦੀ ਜਿਹੜੀ ਸ਼ੁਭ ਕੀਰਤੀ ਦਾ ਆਚਰਣ ਹੈ, ਸ਼ੁਭ ਵਾਹਿਗੁਰੂ ਦੀ ਸਿਫਤ ਸਲਾਹ ਦਾ ਆਚਰਣ ਹੈ, ਕਰਤੱਵ ਹੈ, ਉਹ ਤੇ ਕਿਤੇ ਇੱਥੇ ਦਿਸਦਾ ਨਹੀਂ ਹੈ। ਪਰ ਲੋਕ ਕਹਿ ਕਿ ਸੁਧ ਏਕ ਨਹੀਂ। ਪਰ ਲੋਕ ਦੀ ਵੀ ਖਬਰ ਸਾਰੇ ਇਹਨਾਂ ਨੂੰ ਇੱਕ ਵੀ ਨਹੀਂ ਹੈ। ਸਭ ਨਾਰਕ ਜਾਵੈ ਦੁਖ ਸਹੀ। ਜਿਸ ਕਰਕੇ ਸਾਰੇ ਨਰਕ ਵਿੱਚ ਜਾਣਗੇ, ਫਿਰ ਦੁੱਖ ਸਹਿਣਗੇ ਭਾਰੀ, ਅੱਗੇ ਦੋਜਕ ਤਪਿਆ ਸੁਣੀਏ। ਇੱਕ ਏਕ ਕਿਦਾਰ ਉਦਾਰ ਤਹਾਂ। ਉੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਇੱਕ ਬਹੁਤ ਜਿਹੜਾ ਸ੍ਰੇਸ਼ਟ ਖੇਤ ਦੇਖ ਕੇ ਗੁਰ ਬੈਠ ਗਏ ਤੜ ਤਾਹੇ ਜਹਾਂ। ਉਸ ਖੇਤ ਦੇ ਜਿਹੜੇ ਕੰਢੇ ਦੇ ਉੱਪਰ ਜਾ ਕੇ ਗੁਰੂ ਸਾਹਿਬ ਜੀ ਬਿਰਾਜਮਾਨ ਹੋ ਗਏ, ਬੈਠ ਗਏ। ਇੱਕ ਠਾਂ ਕਰ ਈ ਧਨ ਧੂਮ ਕੀਓ। ਈਂਧਨ ਇਕੱਠਾ ਕਰ ਈਂਧਨ ਧੂਮ ਕੀਓ। ਐਵੇਂ ਲੱਕੜਾਂ ਨੂੰ ਇਕੱਠਿਆਂ ਜਾ ਕਰਕੇ ਅੱਗ ਦੀ ਲਾ ਕੇ ਧੂਆਂ ਜਾ ਕਰ ਲਿਆ ਮਹਾਰਾਜ ਜੀ ਨੇ। ਦਰਵੇਸ਼ ਸੋ ਬੇਸ ਸਰੀਰ ਲਿਓ। ਦਰਵੇਸ਼ਾਂ ਵਾਲਾ ਲਿਬਾਸ ਸਰੀਰ ਉੱਪਰ ਧਾਰਨ ਕੀਤਾ ਹੋਇਆ ਹੈ। ਤਿਸ ਦੇਸ਼ ਕੁਰੀਤ ਹੋਤੀ ਜੋ ਸੁਨਾ। ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਉਸ ਦੇਸ਼ ਦੀ ਜਿਹੜੀ ਖੋਟੀ ਰੀਤੀ ਸੀ ਨਾ ਮਰਿਆਦਾ ਜੋ ਉੱਥੇ ਹੋ ਰਿਹਾ ਸੀ ਉਹ ਵੀ ਸੁਣੋ। ਛਿਤ ਪਾਲਕ ਪੂਜਹਿ ਰਾਮ ਮਨੋ। ਇੱਥੋਂ ਦੇ ਲੋਕ ਜਿਹੜੇ ਰਾਜੇ ਨੂੰ ਤੇ ਪਰਮੇਸ਼ਰ ਮੰਨ ਕੇ ਪੂਜਦੇ ਸਨ। ਬਰਖਾ ਜਬ ਚਾਹੈ ਖੇਤ ਹਿਤੰ। ਜੋ ਜ਼ਿਮੀਂਦਾਰ ਖੇਤਾਂ ਦੇ ਵਾਸਤੇ ਜਦੋਂ ਬਾਰਿਸ਼ ਮੀਂਹ ਚਾਹੁੰਦੇ ਸਨ। ਸਭ ਜਾਚਹਿ ਜਾਏ ਜਹਾਂ ਨਿਰਪਤੰ। ਜਿੱਥੇ ਰਾਜਾ ਹੁੰਦਾ ਸੀ ਰਾਜੇ ਕੋਲ ਜਾ ਕੇ ਤੇ ਸਾਰੇ ਮੀਂਹ ਮੰਗਦੇ ਸਨ।
ਸਨ। ਮੁਖ ਜਾਪ ਸਰੇਸ਼ ਨਰੇਸ਼ ਕਰੈ। ਜਿਹੜਾ ਰਾਜਾ ਸੀ ਉਹ ਮੁੱਖੋਂ ਇੰਦਰ ਦੇਵਤੇ ਨੂੰ ਖੁਸ਼ ਕਰਨ ਵਾਸਤੇ ਇੰਦਰ ਦੇਵਤੇ ਦਾ ਮੰਤਰ ਦਾ ਜਾਪ ਕਰਦਾ ਸੀ। ਜਬ ਮੰਤਰ ਪੜੈ ਬਰਖਾ ਸੋ ਪਰੈ। ਜਦੋਂ ਇਹ ਰਾਜਾ ਉਹ ਇੰਦਰ ਦੇਵਤੇ ਨੂੰ ਖੁਸ਼ ਕਰਨ ਵਾਸਤੇ ਮੰਤਰ ਪੜ੍ਹਦਾ ਤੇ ਉਦੋਂ ਮੀਂਹ ਪੈ ਜਾਂਦਾ ਸੀ। ਕਿਛ ਕਾਰਜ ਹੋਏ ਨਿਬਾਹੇ ਅਸੰਗ। ਇਸ ਤਰ੍ਹਾਂ ਜਿੱਥੋਂ ਦੇ ਜ਼ਿਮੀਂਦਾਰਾਂ ਲੋਕਾਂ ਦਾ ਜਿਹੜਾ ਖੇਤੀ ਦਾ ਕੰਮ ਦਾ ਨਿਭਾ ਹੋਇਆ ਕਰਦਾ ਸੀ। ਬਿਨ ਭੂਪ ਲਖੈ ਨਹਿ ਔਰ ਕਿਸੰਗ। ਰਾਜੇ ਤੋਂ ਬਿਨਾਂ ਤੇ ਹੋਰ ਕਿਸੇ ਨੂੰ ਜਾਣਦੇ ਨਹੀਂ ਵੀ ਇੱਕ ਕੋਈ ਪਰਮੇਸ਼ਰ ਇਹ ਤੋਂ ਵੱਡਾ ਵੀ ਰਾਜਾ ਵਸਦਾ ਹੈ। ਜਿਸ ਬਾਸੁਰ ਤੇ ਗੁਰ ਬੈਠ ਗਏ। ਪਰ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਉਹ ਨਗਰ ਵਿੱਚ ਜਾ ਬੈਠ ਗਏ, ਤਬ ਤੇ ਜਲ ਮੇਘ ਨਾ ਫੇਰ ਪਏ। ਤਦੋਂ ਤੋਂ ਬੱਦਲਾਂ ਦਾ ਜਿਹੜਾ ਮੀਂਹ ਹੈ ਫੇਰ ਨਹੀਂ ਪਿਆ, ਸੋਕਾ ਹੀ ਪਾ ਕੇ ਰੱਖ ਦਿੱਤਾ। ਕ੍ਰਿਸ਼ ਸੂਕ ਚੱਲੀ ਬਿਨ ਨੀਰ ਜਬੈ। ਜਦੋਂ ਪਾਣੀ ਤੋਂ ਬਿਨਾਂ ਖੇਤੀ ਜਿਹੜੀ ਸੁੱਕ ਚੱਲੀ। ਸਭ ਲੋਕ ਗਾਏ ਨਿਰਪ ਪਾਸ ਤਬੈ। ਸਾਰੇ ਜਿਹੜੇ ਲੋਕ ਹੈ ਇਕੱਠਿਆਂ ਹੋ ਕੇ ਟੋਲਿਆਂ ਦੇ ਟੋਲੇ ਰਾਜੇ ਪਾਸ ਗਏ। ਬਰਖਾ ਬਿਨ ਸਕਤ ਖੇਤ ਹਰੇ। ਕਹਿਣ ਲੱਗੇ ਹੈ ਰਾਜਨ, ਆ ਮੀਂਹ ਤੋਂ ਬਾਰਿਸ਼ ਤੋਂ ਬਿਨਾਂ ਤੇ ਸਾਡੇ ਜਿਹੜੇ ਹਰੇ ਭਰੇ ਖੇਤ ਉਹ ਸਾਰੇ ਸੁੱਕ ਚੱਲੇ ਐ। ਕਹੋ ਵਾਕ ਧਰਾ ਪਰ ਮਿਹੋ ਪਰੇ। ਰਾਜਾ ਜੀ ਮੁਖੋਂ ਬਚਨ ਕਹੋ, ਜਿਸ ਕਰਕੇ ਧਰਤੀ ਉੱਤੇ ਥੋੜਾ ਬਹੁਤੇ ਮੀਂਹ ਪੈ ਹੀ ਜਾਵੇ ਨਾ। ਸੁਨ ਭੂਪ ਉਚਾਰਨ ਮੰਤਰ ਕੀਓ। ਸੁਣ ਕੇ ਰਾਜੇ ਨੇ ਹੌਸਲਾ ਦਿੰਦਿਆਂ ਹੋਇਆਂ ਇੰਦਰ ਦਾ ਜਿਹੜਾ ਮੰਤਰ ਹੈ ਉਚਾਰਨ ਕੀਤਾ। ਕਹਿ ਬੈਨ ਰਹਿਓ ਨਹਿ ਮਿਹੋ ਪਇਓ। ਪਰ ਬਹੁਤੇ ਮੰਤਰਾਂ ਨੂੰ ਕਹਿ ਰਿਹਾ ਹੈ ਮੀਂਹ ਪਿਆ ਹੀ ਨਹੀਂ ਹੈ। ਨਰ ਤੀਸਰ ਬਾਸੁਰ ਫੇਰ ਗਏ। ਉਹ ਜਿਹੜੇ ਵਿਚਾਰੇ ਕਹਿ ਕੇ ਘਰਾਂ ਨੂੰ ਗਏ ਸੀ ਪੁਰਸ਼, ਉਹ ਤੀਸਰੇ ਦਿਨ ਫੇਰ ਰਾਜੇ ਪਾਸ ਚਲੇ ਗਏ। ਸਭ ਲੋਕ ਚਾਹ ਨਹਿ ਮਿਹੋ ਪਏ। ਕਹਿੰਦੇ ਰਾਜਾ ਅਸੀਂ ਸਾਰੇ ਲੋਕ ਚਾਹੁੰਦੇ ਆ ਵੀ ਮੀਂਹ ਪੈ ਜਾਏ, ਪਰ ਮੀਂਹ ਤੇ ਪੈ ਹੀ ਨਹੀਂ ਰਿਹਾ। ਉਪਚਾਰ ਨਾ ਕੂਪ ਨਦੀ ਜਲ ਕੋ। ਨਦੀ ਜਲ ਕੋ ਕਹਿੰਦੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਇਲਾਕੇ ਵਿੱਚ ਨਾ ਕੋਈ ਖੂਹ ਹੈ ਜਲ ਵਾਲਾ, ਨਾ ਕੋਈ ਨਦੀ ਹੈ ਜਲ ਵਾਲੀ, ਵੀ ਜਿਸ ਦੇ ਆਪਾਂ ਯਤਨ ਕਰਕੇ ਦੇ ਖੇਤਾਂ ਨੂੰ ਪਾਣੀ ਲਾ ਲਈਏ। ਨਿਤ ਆਸ ਆਕਾਸ਼ ਮਹੀ ਤਲ ਕੋ। ਜੋ ਧਰਤੀ ਹੈ ਸਾਡੇ ਖੇਤਾਂ ਦੀ ਧਰਤੀ ਨੂੰ ਤੇ ਬਸ ਹਮੇਸ਼ਾ ਹੀ ਆਕਾਸ਼ ਦੇ ਮੀਂਹ ਦੀ ਆਸ ਰਹਿੰਦੀ ਹੈ। ਸੁਨ ਭੂਪ ਕਹੇ ਨਹ ਚਿੰਤ ਕਰੋ। ਰਾਜਾ ਸੁਣ ਕੇ ਕਹਿਣ ਲੱਗਾ ਵੀ ਲੋਕੋ ਮੇਰੀ ਪਰਜਾ ਤੁਸੀਂ ਮਤਾ ਕੋਈ ਚਿੰਤਾ ਕਰੋ। ਬਰਖਾ ਔਰ ਧੀਰ ਧਰੋ। ਮੀਂਹ ਪੈ ਜਾਏਗਾ, ਹ੍ਰਿਦੇ ਵਿੱਚ ਥੋੜੀ ਬਹੁਤੀ ਤਾਂ ਧੀਰਜ ਰੱਖੋ। ਤਬ ਮਾਨਵ ਜੋ ਨਿਜ ਐਨ ਗਏ। ਉਸ ਵੇਲੇ ਜਿਹੜੇ ਮਨੁੱਖ ਆਪੋ ਆਪਣੇ ਘਰਾਂ ਨੂੰ ਚਲੇ ਗਏ। ਪੌਨ ਦਿਓਸ 6-7 ਬਤੀਤ ਗਏ। ਫਿਰ ਜਦੋਂ 6 ਜਾਂ 7 ਦਿਨ ਬਤੀਤ ਹੋ ਗਏ। ਬਹੁ ਬਾਰ ਅਰਾਧ ਰਹਿਓ ਮਗਵਾ। ਇਹ ਜਿਹੜਾ ਰਾਜਾ ਸੀ ਲੋਕਾਂ ਦੇ ਕਹਿਣੇ ਕਰਕੇ ਬਹੁਤੀ ਵਾਰ ਹੀ ਇੰਦਰ ਦੇਵਤੇ ਨੂੰ ਅਰਾਧ ਰਿਹਾ ਹੈ, ਬੱਦਲਾਂ ਨੂੰ ਯਾਦ ਕਰ ਰਿਹਾ ਹੈ। ਨ੍ਰਿਪ ਤੇ ਨਹਿ ਬੂੰਦ ਪਰ ਲਗਵਾ। ਪਰ ਰਾਜੇ ਦੇ ਉਹ ਮੰਤਰ ਪੜ੍ਹਨੇ ਕਰਕੇ ਇੱਕ ਛੋਟੀ ਥੋੜੀ ਮਾਤਰ ਵੀ ਬੂੰਦ ਕੋਈ ਪਈ ਨਹੀਂ ਹੈ। ਔਰ ਧੀਰ ਟਰਾ ਨਰ ਚਿੰਤ ਗਹੇ। ਇਹ ਕੁਝ ਵੇਖ ਕੇ ਰਾਜੇ ਦੇ ਹਿਰਦੇ ਦਾ ਵੀ ਧੀਰਜ ਜਿਹੜਾ ਢਲ ਗਿਆ, ਲੋਕਾਂ ਦੇ ਹਿਰਦੇ ਦਾ ਵੀ ਧੀਰਜ ਢਲ ਗਿਆ ਹੈ, ਤੇ ਸਾਰੇ ਜਿਹੜੇ ਹੈ ਪੁਰਸ਼ ਰਾਜੇ ਸਮੇਤ ਚਿੰਤਾ ਵਿੱਚ ਹੀ ਫੜੇ ਗਏ ਹੈ। ਕ੍ਰਿਸ ਸੂਕ ਚਲੇ ਨਾ ਉਪਾਵ ਇਹ। ਖੇਤੀ ਦੀ ਸਾਰੀ ਸੁੱਕ ਚੱਲੀ ਹੈ, ਕੋਈ ਯਤਨ ਹੋ ਹੀ ਨਹੀਂ ਰਿਹਾ। ਜਿਹ ਖੇਤ ਸਮੀਪ ਗੁਰੂ ਬਰਦਾ। ਇੱਧਰ ਜਿਹੜੇ ਖੇਤ ਦੇ ਕੋਲ ਬਰਦਾਤੇ ਗੁਰੂ ਨਾਨਕ ਸਾਹਿਬ ਬੈਠੇ ਸਨ। ਜਿਹ ਮਾਲਕ ਆਏ ਬਿਸੂਰ ਸਦਾ। ਤੇ ਦੁਬਾਰਾ ਪੜ੍ਹ। ਤਿਹ ਮਾਲਕ ਆਏ ਬਿਸੂਰ ਸਦਾ। ਉਸ ਖੇਤ ਦਾ ਮਾਲਕ ਆ ਕੇ ਹਮੇਸ਼ਾ ਝੂਰਦਾ ਮਰਦਾ ਸੀ। ਘਟ ਕੀ ਲਖ ਕੈ ਗੁਰ ਬੈਨ ਭਨੰ। ਇਹਦੇ ਜ਼ਿਮੀਦਾਰ ਦੇ ਹਿਰਦੇ ਦੀ ਜਾਣ ਕੇ ਗੁਰੂ ਸਾਹਿਬ ਜੀ ਨੇ ਬਚਨ ਕਹੇ।
ਚਿਤ ਮੈਂ ਬਹੁ ਚਿੰਤ ਭਇਓ ਬਿਮਨੰ। ਮੈਂ ਕਹਿਣ ਲੱਗੇ, ਇਹ ਵੀ ਜ਼ਿਮੀਦਾਰਾ, ਤੂੰ ਚਿੱਤ ਵਿੱਚ ਬਹੁਤ ਚਿੰਤਾ ਕਰਕੇ ਉਪਰਾਮ ਉਦਾਸ ਹੋਇਆ ਹੈ। ਕਹੋ ਕਾਰਨ ਕੌਣ ਤੁਮੈ ਦੁਖ ਕੋ। ਵੀ ਤੇਰੇ ਦੁੱਖ ਦਾ ਕਾਰਨ ਕੀ ਹੈ, ਉਹ ਤੂੰ ਸਾਨੂੰ ਕਹਿ ਦੇ, ਦੱਸ ਦੇ। ਦਿਲ ਗੀਰ ਦਿਖੋ ਨਾ ਖੁਸ਼ੀ ਮੁਖ ਕੋ। ਤੇ ਤੂੰ ਬੜਾ ਉਪਰਾਮ ਦਿਖ ਰਿਹਾ ਹੈ ਤੇ ਮੁਖ ਉੱਪਰ ਹੀ ਕੋਈ ਖੁਸ਼ੀ ਨਹੀਂ ਹੈ। ਸੁਨ ਸੰਤ ਕਹਾਂ ਬਿਰਥਾ ਮਨ ਕੀ। ਕਹਿਣ ਲੱਗਾ, ਸੰਤੋ ਸੁਣੋ ਮੇਰਾ ਬਚਨ, ਮੈਂ ਆਪਣੇ ਮਨ ਦੀ ਬਿਰਥਾ ਪੀੜਾ ਕਹਿੰਦਾ ਹਾਂ। ਸਭ ਆਸ ਤਜੀ ਜਗ ਜੀਵਨ ਕੀ। ਮੈਂ ਤੇ ਕੁਝ ਵੇਖ ਕੇ ਸੰਸਾਰ ਵਿੱਚ ਬਹੁਤੇ ਲੰਬੇ ਸਮੇਂ ਜੀਵਨ ਦੀ ਜਿਹੜੀ ਸਾਰੀ ਆਸ ਉਹ ਛੱਡ ਹੀ ਦਿੱਤੀ ਹੈ ਜੀ। ਬਰਖਾ ਨਾ ਪਰੈ ਦੁਰ ਭੇਛ ਪਰਾ। ਮੀਂਹ ਪੈ ਨਹੀਂ ਰਿਹਾ, ਕਾਲ ਹੁਣ ਪੈ ਜਾਏਗਾ। ਤ੍ਰਿਖ ਸੂਕ ਚੱਲੀ ਬਿਨ ਨੀਰ ਧਰਾ। ਧਰਤੀ ਬਿਨਾ ਪਾਣੀ ਤੋਂ ਜਿਹੜੀ ਉੱਪਰ ਖੇਤੀ ਹੋਈ ਉਹ ਸਾਰੀ ਸੁੱਕ ਚੱਲੀ ਹੈ। ਜੋਤ ਭੂਪ ਪ੍ਰਜਾ ਸਭ ਚਿੰਤ ਕਰਾ। ਸਾਡੇ ਰਾਜੇ ਦੇ ਸਹਿਰ ਜਿੰਨੀ ਪ੍ਰਜਾ ਉਹ ਵੀ ਸਾਰੀ ਚਿੰਤਾ ਕਰ ਰਹੀ ਹੈ। ਨਹਿ ਪਾਏ ਉਪਾਏ ਜੇ ਧੀਰ ਧਰੈ। ਮਹਾਰਾਜ ਕੋਈ ਯਤਨ ਉਪਰਾਲਾ ਪਾਈ ਨਹੀਂ ਰਹੇ ਵੀ ਬਾਰਿਸ਼ ਹੋ ਜਾਏ, ਮੀਂਹ ਆ ਜਾਏ, ਤੇ ਜਿਸ ਕਰਕੇ ਵੀ ਅਸੀਂ ਧੀਰਜ ਹੌਸਲਾ ਹੀ ਰੱਖ ਲਈਏ। ਕਹਿ ਸ੍ਰੀ ਗੁਰਪੂਰਬ ਕੌਣ ਬਿਦੰ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜ਼ਿਮੀਦਾਰਾ, ਆ ਪਹਿਲਾਂ ਕਿਹੜੀ ਵਿਧੀ ਢੰਗ ਨਾਲ ਜਹਾਂ ਤੇ ਬਰਖੇ ਜਲ ਧਾਰ ਅਦੰ। ਵੀ ਪਹਿਲਾਂ ਕਿਹੜਾ ਢੰਗ ਤਰੀਕਾ ਵਰਤਦੇ ਸੀ ਜਿਸ ਕਰਕੇ ਜਿਹੜਾ ਵੀ ਵਰਸ਼ਾ ਦੇ ਮੋਲੇ ਧਾਰ ਜਲ ਦੀਆਂ ਧਾਰਾਂ ਵਹਿੰਦੀਆਂ ਸਨ ਆ ਧਰਤੀ ਦੇ ਹੇਠਾਂ। ਸੁਨ ਸੰਤੋ ਆਦ ਪੁਭਾਰ ਕਾਹੇ। ਇਹ ਕਹਿਣ ਲੱਗਾ, ਸੰਤੋ ਸੁਣੋ ਜੀ, ਪਹਿਲਾਂ ਤੇ ਜਿਹੜਾ ਸਾਡਾ ਰਾਜਾ ਸੀ ਨਾ, ਉਹ ਅੰਦਰ ਦੇਵਤੇ ਦੇ ਮੰਤਰ ਕਹਿੰਦਾ ਹੁੰਦਾ ਸੀ। ਬਰਖਾ ਸੋ ਪਰ ਜਬ ਚਾਹ ਇਹ। ਉਹ ਰਾਜੇ ਦੇ ਕਹੇ ਕਰਕੇ ਮੀਂਹ ਪੈ ਜਾਂਦਾ ਸੀ ਜਦੋਂ ਹੀ ਉਹ ਚਾਹੁੰਦਾ ਹੁੰਦਾ ਸੀ। ਬਹੁ ਬਾਰ ਕਹਿਓ ਅਬ ਨਾਹੇ ਪਰ ਹੁਣ ਉਸਨੇ ਬਹੁਤ ਵਾਰ ਕਿਹਾ ਹੈ, ਕੋਈ ਮੀਂਹ ਨਹੀਂ ਪਿਆ। ਵਿਪਰੀਤ ਭਈ ਨਹ ਬੈਨ ਫੁਰਾ। ਇਹ ਤੇ ਉਹਨਾਂ ਦਾ ਬੜੀ ਉਲਟੀ ਜੀ ਗੱਲ ਹੀ ਹੋ ਗਈ, ਕੋਈ ਬਚਨ ਫੁਰੀ ਨਹੀਂ ਰਿਹਾ। ਲੱਖ ਰੀਤ ਕੁਰੀਤ ਬਣੀ ਦੁਚਿੱਤੀ ਆਖੋ, ਜਿਹੜੀ ਕੁਰੀਤੀ ਦੀ ਰੀਤੀ ਜੀ ਜਾਣ ਕੇ ਬੜੀ ਚਿੰਤਾ ਬਣੀ ਹੋਈ ਹੈ ਸੰਤ ਜੀ। ਸ਼ਿਤਪਾਲ ਨਾ ਆਨਨ ਕਾਂਤ ਰਤੀ। ਹੁਣ ਤੇ ਰਾਜੇ ਦੇ ਮੁਖ ਤੇ ਵੀ ਜਿਹੜੀ ਕਾਂ ਕ੍ਰਾਂਤੀ ਹੈ, ਸੁਭਾ ਰਤੀ ਭਰਨੀ ਰਹਿ ਗਈ। ਗੁਰਵਾਕ ਕਾਹੇ ਕਰਤਾਰ ਭਜੋ। ਗੁਰੂ ਸਾਹਿਬ ਜੀ ਹੱਸਦਿਆਂ ਹੋਇਆਂ ਕਹਿਣ ਲੱਗੇ ਵੀ ਜ਼ਿਮੀਦਾਰਾ, ਅੱਗੇ ਦੇ ਰਾਜਾ ਕਹਿੰਦਾ ਸੀ ਇੰਦਰ ਦੇਵਤੇ ਦਾ ਮੰਤਰ, ਪਰ ਅਸੀਂ ਕਹਿੰਦੇ ਆ ਵੀ ਜੋ ਕਰਤਾਰ ਪਰਮੇਸ਼ਰ ਉਹਦਾ ਭਜਨ ਕਰੋ। ਸ਼ਿਤ ਪਾਲਕ ਕੀ ਸ਼ਰਧਾ ਸੋ ਤਜੋ। ਰਾਜੇ ਦੀ ਜਿਹੜੀ ਸ਼ਰਧਾ ਨਾ ਉਹ ਹੁਣ ਛੱਡ ਦਿਓ। ਬਹੁ ਬਾਰ ਪਰੇ ਧਰ ਮਿਹੋ ਮਹਾ। ਬਹੁਤ ਵਾਰ ਮੀਂਹ ਪਏਗਾ ਧਰਤੀ ਉੱਪਰ, ਬਹੁਤਾ ਮੀਂਹ ਪਏਗਾ, ਜਾਂ ਬਹੁਤ ਵਾਰ ਪਰੇ ਵੀ ਬਹੁਤੀ ਵਾਰ ਪਏਗਾ ਧਰਤੀ ਉੱਪਰ ਮੀਂਹ। ਅਤ ਹੋਵਹਿ ਆਨ ਜਿਤੋ ਜੇ ਚਾਹਾ। ਜਿੰਨਾ ਵੀ ਚਾਹੋਗੇ ਉਨਾ ਹੀ ਬਹੁਤਾ ਹੀ ਧਨ ਹੋਏਗਾ। ਕਰਤਾਰ ਸੋ ਕੋ ਅਤ ਹੋਵਹਿ ਅੰਨ ਜਿਤੋ ਜੇ ਚਾਹਾ। ਜਿੰਨਾ ਵੀ ਚਾਹੋਗੇ ਉਨਾ ਹੀ ਬਹੁਤਾ ਹੀ ਅੰਨ ਹੋਵੇਗਾ। ਕਰਤਾਰ ਸੋ ਕੋ ਤਿਹ ਧਾਮ ਕਹਾ। ਇਹ ਜ਼ਿਮੀਦਾਰ ਸੁਣ ਕੇ ਹੱਕਾ ਬੱਕਾ ਰਹਿ ਗਿਆ ਵੀ ਕਰਤਾਰ ਕੌਣ ਹੈ। ਕਹਿਣ ਲੱਗਾ, ਸੰਤ ਜੀ ਉਹ ਕਰਤਾਰ ਕੌਣ ਹੈ, ਉਹਦਾ ਘਰ ਕਿੱਥੇ ਹੈ। ਨਹਿ ਕਾਨ ਸੁਨਿਓ ਨਹਿ ਨੈਣ ਲਹਾ। ਸਾਨੇ ਦੇ ਕੰਨ ਵਿੱਚ ਅੱਜ ਤੱਕ ਉਹਨਾਂ ਦਾ ਨਾਮ ਸੁਣਿਆ ਨਹੀਂ ਹੈ, ਨਾ ਨੇਤਰਾਂ ਨਾਲ ਦੇਖਿਆ ਜਾਣਿਆ ਹੀ ਹੈ। ਇਸ ਦੇਸ਼ ਗਵੈ ਨਹਿ ਆਏ ਰਹਾ। ਸਾਡੇ ਇਸ ਇਲਾਕੇ ਵਿੱਚ ਕਦੀ ਆ ਕੇ ਤੁਹਾਡਾ ਕਰਤਾਰ ਰਿਹਾ ਵੀ ਨਹੀਂ ਹੈ, ਆ ਕੇ ਵੀ ਇੱਥੇ ਰਹਿੰਦਾ ਹੀ ਹੋਵੇ। ਨਹਿ ਦਾਨ ਕਿਸੋ ਤਿਹ ਦੀਨ ਆਹਾ। ਨਾ ਹੀ ਉਸ ਤੁਹਾਡੇ ਕਰਤਾਰ ਨੇ ਆਣ
ਨਾਨਕ ਕਿਸੇ ਗਰੀਬ ਨੂੰ ਦਾਨ ਹੀ ਦਿੱਤਾ ਹੈ। ਬਿਕਸੇ ਮੁਖ ਸ੍ਰੀ ਪ੍ਰਭ ਬੈਨ ਕਹਾ। ਗੁਰੂ ਸਾਹਿਬ ਜੀ ਜੋ ਪਰਮੇਸ਼ਰ ਰੂਪ ਹੈ, ਹੱਸਦਿਆਂ ਹੋਏ ਬੜੇ ਹੱਸੇ ਆ ਮੁਖੋਂ ਦੇ ਬਚਨ ਕਹੇ। ਸਭ ਹੀ ਘਟ ਪੂਰਨ ਵਿਆਪ ਰਹਾ। ਜ਼ਿਮੀਦਾਰਾ ਉਹ ਪਰਮੇਸ਼ਰ ਕਰਤਾਰ ਤੇ ਐਸਾ, ਉਹ ਸਾਰੇ ਧਰਤੀ ਆਕਾਸ਼ ਪਤਾਲਾਂ ਸਮੁੰਦਰਾਂ ਬਨਸਪਤੀ ਸਭ ਥਾਂ ਵਸ ਰਿਹਾ ਹੈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਉਹ ਪਰਮੇਸ਼ਰ ਤੇ ਸਾਰੇ ਥਾਂ ਹੀ ਹੈ। ਗੁਰੂ ਮਹਾਰਾਜ ਕਹਿਣ ਲੱਗੇ ਸਭ ਹੀ ਘਟ ਪੂਰਨ ਵਿਆਪ ਰਹਾ। ਜ਼ਿਮੀਦਾਰਾ ਉਹ ਤੇ ਸਾਰੇ ਜਿਹੜੇ ਘਟ ਸਰੀਰ ਹੈ, ਘਟ ਹਿਰਦੇ ਹੈ ਨਾ, ਉਹਨਾਂ ਘਟ ਹਿਰਦਿਆਂ ਵਿੱਚ ਹੀ ਵਿਆਪ ਰਿਹਾ, ਪਰਿਪੂਰਨ ਹੋ ਰਿਹਾ ਪਰਮੇਸ਼ਰ। ਸਿਮਰੇ ਔਰ ਹਾਜ਼ਰ ਹੋਤ ਸਦਾ। ਉਸ ਨੂੰ ਹਿਰਦੇ ਵਿੱਚ ਜਿੱਥੇ ਕੋਈ ਸਿਮਰੇ ਉਹ ਤੇ ਹਮੇਸ਼ਾ ਹੀ ਹਾਜ਼ਰ ਹੋ ਜਾਂਦਾ ਹੈ ਮਾਲਕ। ਭਗਵੰਤ ਅਨੰਤ ਨਾ ਆਏ ਕਦਾ। ਉਹ ਭਗਵੰਤ ਪਰਮੇਸ਼ਰ ਅਨੰਤ ਕਹੀਏ, ਅੰਤ ਤੋਂ ਰਹਿਤ ਬੇਅੰਤ ਹੈ, ਉਹਦਾ ਕਦੀ ਅੰਤ ਨਹੀਂ ਆਉਂਦਾ ਹੈ। ਐਸਾ ਮਾਲਕ ਹੈ ਉਹ ਤੇ ਐਸਾ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਉਹਨੂੰ ਜੇ ਬਹੁਤਾ ਕਹੀ ਜਾਈ ਤਾਂ ਬਹੁਤਾ ਹੀ ਹੋਈ ਜਾਂਦਾ, ਉਹਦਾ ਅੰਤ ਆਉਂਦਾ ਹੀ ਨਹੀਂ ਹੈ। ਉਹਦੇ ਵੱਡੇ ਵੱਡੇ ਮਨ ਦੇਵਤੇ ਕਈ ਜੁਗਤਿ ਨਹੀਂ ਤਨ ਆਇਆ, ਕਿਨਹੀ ਤਰ੍ਹਾਂ ਅੰਤ ਨਾ ਪਾਇਆ। ਉਹ ਵੱਡੇ ਵੱਡੇ ਦੇਵਤਿਆਂ ਨੇ ਤਨ ਧਾ ਦਿੱਤੇ, ਤਪ ਕਰਦੇ ਅੰਤ ਨਹੀਂ ਪਾਇਆ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਚਾਰ ਮੁਖਾਂ ਨਾਲ 1 ਲੱਖ ਸੁਰਤੀ ਉਚਾਰ ਕੇ ਬੇਅੰਤ ਬੇਅੰਤੀ ਪਰਮੇਸ਼ਰ ਨੂੰ ਕਿਹਾ। ਉਸ ਬ੍ਰਹਮਾ ਨੇ ਵੀ 33 ਕਰੋੜ ਦੇਵਤੇ ਸਾਰੇ ਉਸ ਨੂੰ ਬੇਅੰਤ ਕਹਿੰਦੇ। ਐਸਾ ਮਾਲਕ ਪਰਮੇਸ਼ਰ ਹੈ। ਉਹ ਤੇ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਉਹ ਪਰਮੇਸ਼ਰ ਐਸਾ ਮਾਲਕ ਬੇਅੰਤ ਗੁਣਾਂ ਵਾਲਾ। ਇਹ ਜ਼ਿਮੀਦਾਰਾ ਉਹਦੇ ਸਾਰੇ ਥਾਂ ਵਸਦਾ, ਉਹਨੂੰ ਜਿੱਥੇ ਕੋਈ ਯਾਦ ਕਰੇ ਉੱਥੇ ਹੀ ਉਹ ਹਾਜ਼ਰ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਹੈ। ਫਿਰ ਅੱਗੇ ਜਿਵੇਂ ਉਹ ਬਚਨ ਵਿਲਾਸ ਹੋਏ, ਇੱਥੇ ਜਿਵੇਂ ਗੁਰੂ ਸਾਹਿਬ ਜੀ ਨੇ ਕਲਾ ਵਰਤਾਈ, ਉਹ ਪ੍ਰਸੰਗ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਬਿਕਸੇ ਮੁਖ ਸ੍ਰੀ ਪ੍ਰਭ ਬੈਨ ਕਹਾ। ਸਭ ਹੀ ਘਟ ਪੂਰਨ ਵਿਆਪ ਰਹਾ। ਸਿਮਰੇ ਔਰ ਹਾਜ਼ਰ ਹੋਤ ਸਦਾ। ਭਗਵੰਤ ਅਨੰਤ ਨਾ ਆਏ ਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ